ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਨ। ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਸੰਗਤਾਂ ਜੋ ਵੀ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਪਹੁੰਚਦੇ ਹੋ। ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਦੇ ਅਸਥਾਨ ਦੇ ਉੱਤੇ ਜੋ ਲੜੀਵਾਰ ਕਥਾ ਚੱਲਦੀ ਹੈ, ਕੱਲ ਸੁਖਮਨੀ ਸਾਹਿਬ ਦੀ ਸੰਪੂਰਨਤਾ ਮਹਾਰਾਜ ਨੇ ਬਖਸ਼ੀ ਹੈ। ਬਾਣੀ ਦਾ ਮਹਾਤਮ ਬਾਣੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਤੇ ਉਸੇ ਵਿਚਾਰ ਦੀ ਲੜੀ ਜਿਹੜੀ ਹੈ ਸੁਖਮਨੀ ਸਾਹਿਬ ਦੇ ਮਹਾਤਮ ਤੇ ਜੋ ਇਤਿਹਾਸਕ ਤੱਥ ਹਨ, ਜੋ ਗੁਰਮੁਖ ਪਿਆਰੇ ਮਹਾਂਪੁਰਸ਼ ਗੁਰਮੁਖ ਜਨਾਂ ਦੇ ਨਾਲ ਜੀਵਨ ਦੇ ਨਾਲ ਸੰਬੰਧਿਤ ਕੁਝ ਵਿਚਾਰਾਂ ਹਨ। ਗੁਰੂ ਸਾਹਿਬਾਨਾਂ ਦੇ ਆਪਣੇ ਜੀਵਨ ਦੀ ਵਿਚਾਰ ਹੈ, ਉਹਦੀ ਥੋੜੀ ਜਿਹੀ ਸੰਖੇਪ ਨਾਲ ਸੁਖਮਨੀ ਸਾਹਿਬ ਦੇ ਮਹਾਤਮ ਤੇ ਅੱਜ ਦੀ ਵਿਚਾਰ ਹੈ। ਲੜੀਵਾਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਹੈ ਉਹ ਤਾਂ ਹੋਈ ਰਹੀ ਹੈ ਹਰ ਰੋਜ਼। ਇਸ ਕਰਕੇ ਉਸੇ ਕਥਾ ਦਾ ਇੱਕ ਇਹ ਹਿੱਸਾ ਹੈ ਜਿਹੜਾ ਨਾਲ ਸਮੇਂ ਅਨੁਸਾਰ ਹੋਣਾ ਕਠਿਨ ਸੀ, ਕਿਉਂਕਿ ਫਿਰ ਬਹੁਤਾ ਸਮਾਂ ਬੈਠਣਾ ਪੈਣਾ ਸੀ ਸਰੋਤੇ ਜਨਾਂ ਨੂੰ। ਫਿਰ ਸੁਖਮਨੀ ਸਾਹਿਬ ਦੇ ਅੱਖਰਾਂ ਦੀ ਵਿਚਾਰ ਸਮਾਪਤ ਕਰਕੇ ਕਿ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਿੰਨੇ ਅੱਖਰ ਨੇ ਉਹਨਾਂ ਦੀ ਵਿਚਾਰ ਆਪ ਜੀ ਨੇ ਸੁਣ ਲਈ ਵੀ 25,055 ਅੱਖਰਾਂ ਦੇ ਵਿੱਚ ਸੁਖਮਨੀ ਸਾਹਿਬ ਹੈ। ਇਹਦੇ ਵਿੱਚ ਕਿਵੇਂ ਕਿਵੇਂ ਸਾਰੀ ਜਿਵੇਂ ਗੌੜੀ ਸੁਖਮਨੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਥੇ ਤੱਕ ਇਹ 17 ਅੱਖਰ ਤੇ ਪੈਰ ਦਾ ਰਾਰਾ ਪ੍ਰਸਾਦ ਵਾਲਾ ਇਹਦੇ ਸਮੇਤ 18 ਅੱਖਰ ਬਣਦੇ। ਇਸ ਤੋਂ ਸਿਰਲੇਖ ਦੇ ਅੱਖਰਾਂ ਨੂੰ ਇਹਨਾਂ ਦੇ ਵਿੱਚ ਜੋੜਿਆ ਗਿਆ ਹੈ। ਸ਼ਲੋਕ ਤੇ ਅਸ਼ਟਪਦੀਆਂ ਦੇ ਅੱਖਰਾਂ ਨੂੰ ਵਿੱਚ ਮਿਲਾ ਕੇ 24 ਸ਼ਲੋਕ ਤੇ 24 ਅਸ਼ਟਪਦੀਆਂ ਦੇ ਪੂਰੇ ਅੱਖਰ 24,410 ਬਣੇ। ਪੈਰਾਂ ਵਾਲੇ ਰਾਰੇ, ਪ੍ਰਸਾਦ ਵਾਲੇ ਰਾਰੇ
ਤੇ ਉਹਨਾਂ ਤੋਂ ਬਿਨਾਂ ਜਿਹੜਾ ਗੁਰਪ੍ਰਸਾਦ ਇਸ ਤਰ੍ਹਾਂ ਦੇ ਜਿਹੜੇ ਪੈਰਾਂ ਵਾਲੇ ਰਾਰੇ ਹਨ 606 ਬਣੇ, ਤੇ ਪੈਰ ਦੇ ਵਾਹਵੇ ਜਿਹੜੇ 10 ਬਣੇ, ਪੈਰ ਦੇ ਅੱਧੇ ਅੱਖਰ ਜਿਹੜੇ 11 ਬਣੇ, ਇਉਂ ਇਹ ਸਾਰੇ 25,055 ਅੱਖਰ ਬਣਦੇ ਆ, ਜਿਨ੍ਹਾਂ ਦੇ ਵਿੱਚ ਮਹਾਰਾਜ ਸਾਹਿਬ ਨੇ ਕਰਮ, ਉਪਾਸਨਾ, ਗਿਆਨ, ਇਹ ਤਿੰਨੇ ਜਿਹੜੇ ਨਾ, ਤੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੀ ਇਹ ਬਚਨ ਸੰਗਤਾਂ ਨੂੰ ਸੁਣਾਇਆ ਕਰਦੇ ਵੀ ਇਹਦੇ ਵਿੱਚ ਤਿੰਨੇ ਚੀਜ਼ਾਂ ਜਿਹੜੀਆਂ ਨਾ, ਕਰਮ, ਉਪਾਸਨਾ, ਗਿਆਨ, ਇਸੇ ਕਰਕੇ ਵੇਦ ਦਾ ਪੂਰਾ ਸਿਧਾਂਤ, ਵੇਦ ਦੇ ਵਿੱਚ 3 ਕਾਂਡ, ਕਰਮ ਕਾਂਡ ਦੇ ਥਾਂ ਤੇ ਗੁਰੂ ਘਰ ਵੀ ਸੇਵਾ ਰੱਖੀ ਹੈ। ਕਰਮ, ਉਪਾਸਨਾ, ਗਿਆਨ ਇਹ ਮੁਕੰਮਲ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਸੁਖਮਨੀ ਅੱਖਰਾਂ ਦੇ ਅਰਥ ਸ਼ੁਰੂ ਦੇ ਵਿੱਚ ਵੀ ਸੁਣ ਲਏ ਤੇ ਬਾਅਦ ਦੇ ਵਿੱਚ ਵੀ ਕੁਝ ਸੰਖੇਪ ਨਾਲ ਸੁਣ ਲਏ। ਹੁਣ ਇਸ ਬਾਣੀ ਦੇ ਮਹਾਤਮ ਦੀ ਬਾਤ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਜਿਹੜੀ ਹੈ, ਉਹਦੇ ਵਿੱਚ ਸਾਰੇ ਸ਼ਬਦਾਂ ਦੇ ਵਿੱਚ ਹੀ 8 ਪਦਾਂ ਵਿੱਚ ਝਲਕਾਂ ਜਿਹੜੀਆਂ ਨੇ ਸੁਖਮਨੀ ਸਾਹਿਬ ਦੇ ਮਹਾਤਮ ਦੀਆਂ ਦਿੱਤੀਆਂ, ਪਰ ਵਿਸ਼ੇਸ਼ ਕਰਕੇ 24ਵੀਂ ਅਸ਼ਟਪਦੀ ਦੀ ਜਿਹੜੀ 6ਵੀਂ ਜਿਹੜੀ ਪੌੜੀ ਹੈ, 6ਵਾਂ ਪਦ ਹੈ, ਉਹਦੇ ਵਿੱਚ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਇਹੋ ਜਿਹੇ ਪਾਵਨ ਬਚਨ, ਸ਼ਬਦ ਦੀਆਂ ਸਾਰੀਆਂ ਪੌੜੀਆਂ ਜਿਹੜੀਆਂ ਨੇ ਅਸ਼ਟਪਦੀ ਦੀਆਂ 8-8 ਪਦ ਜਿਹੜੇ ਨੇ, ਉਹ ਇੱਕ ਪਦ ਜਿਹੜਾ ਹੈ, ਇੱਕ ਪੌੜੀ ਜਿਹੜੀ ਹੈ 10 ਤੁਕਾਂ ਦੀ ਹੈ। 8 ਤੁਕਾਂ ਦੇ ਵਿੱਚ 21 ਮਹਾਤਮ ਕਥਨ ਕੀਤੇ, ਉਹਨਾਂ ਦੇ ਅਰਥ ਆਪ ਜੀ ਨੇ ਸੁਣ ਲਏ। ਆਪਾਂ ਗੱਲ ਇੱਥੋਂ ਸ਼ੁਰੂ ਕਰਾਂਗੇ। ਮਹਾਰਾਜ ਸਾਹਿਬ ਨੇ ਕਿਹਾ, ਖੇਮ ਸ਼ਾਂਤ ਰਿੱਧ ਨਵਨਿਧ, ਬੁੱਧ ਗਿਆਨ ਸਰਵ ਤਹਿ ਸਿੱਧ, ਵਿਦਿਆ ਤਾਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ, 4 ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹ 8 ਤੁਕਾਂ ਦੇ ਵਿੱਚ 21 ਮਹਾਤਮ ਕਹਿ ਦਿੱਤੇ ਮਹਾਰਾਜ ਨੇ, ਔਰ ਨਾਲ ਇਹ ਕਹਿ ਦਿੱਤਾ ਵੀ ਇਹ ਫਲ ਉਸ ਨੂੰ ਪ੍ਰਾਪਤ ਹੋਣਗੇ ਜੇ ਮੁਖ ਦੇ ਨਾਲ ਸੁਖਮਨੀ ਸਾਹਿਬ ਭਨੇ ਉਚਾਰਨ ਕਰੇਗਾ। ਤੇ ਨਾਲ ਦੀ ਤੁਕ ਦੇ ਵਿੱਚ ਇਹ ਕਹਿ ਦਿੱਤਾ, ਇਹ ਗੁਰੂ ਨਾਨਕ ਦੇ ਬਚਨ ਜਿਹੜੇ ਸੁਖਮਨੀ ਸਾਹਿਬ ਪੜ੍ਹ ਨਹੀਂ ਸਕਦੇ, ਨਾਮ ਬਚਨ ਮਨ ਸੁਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਉਹ ਸੁਣੇਗਾ, ਉਹਨੂੰ ਵੀ ਇਹ ਸਾਰੇ ਫਲ ਮਿਲਣਗੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਸ ਦਾ ਜਿਹੜਾ 21 ਫਲ ਜਿਹੜੇ ਨੇ, ਪਹਿਲਾਂ ਆਪਾਂ ਇਹਦੀ, ਕਿਉਂਕਿ ਉੱਥੇ ਨੰਬਰਵਾਰ ਨਹੀਂ ਸੀ ਦੱਸਿਆ ਵੀ ਆਹ ਫਲ ਹੈ, ਆਹ ਫਲ ਹੈ, ਸਮੁੱਚੇ ਰੂਪ ਚ ਕਥਾ ਦੇ ਵਿੱਚ ਉਹ ਵਿਚਾਰ ਆਈ ਹੈ। ਖੇਮ ਸ਼ਾਂਤ ਰਿੱਧ ਨਵਨਿਧ, ਸੁਖਮਨੀ ਦੇ ਉਹਨਾਂ ਪਦਾਂ ਨੂੰ 21 ਨੂੰ ਲੈ ਕੇ ਆਪਾਂ ਇਹਦੀ ਗਿਣਤੀ ਦੇ ਵਿੱਚ ਖੇਮ ਨਾਮ ਰੱਖਿਆ ਦਾ ਹੈ। ਜਿਹੜਾ ਸੁਖਮਨੀ ਸਾਹਿਬ ਪੜ੍ਹੇਗਾ, ਮਾਰੇ ਕਹਿੰਦੇ ਉਹਦੀ ਇਹ ਲੋਕ 'ਚ ਵੀ ਰੱਖਿਆ ਹੋਏਗੀ ਤੇ ਪਰਲੋਕ ਦੇ ਵਿੱਚ ਵੀ ਰੱਖਿਆ ਹੋਏਗੀ। ਪਹਿਲਾ ਮਹਾਤਮ ਇਹ ਸੀ। ਦੂਸਰਾ ਮਹਾਤਮ ਦੱਸਿਆ ਸ਼ਾਂਤ, ਉਹਦੇ ਮਨ ਨੂੰ ਸ਼ਾਂਤੀ ਮਿਲੇਗੀ। ਤੀਸਰਾ ਮਹਾਤਮ ਦੱਸਿਆ ਤੇ ਰਿੱਧ, ਰਿੱਧੀਆਂ ਜਣੀ 5 ਸੇਰੇ ਅੰਨ ਪਕਾ ਲਿਆ, 8 ਦਿਨ ਨਾ ਮੁੱਕਣ ਦੇਣਾ, 1000 ਬੰਦੇ ਖਾ ਲੈਣ, ਜਾਂ ਸੇਰ ਪੱਕਾ ਜਾਂ ਸੇਰ ਕੱਚਾ, ਥੋੜਾ ਜਿਹਾ ਅੰਨ ਪਕਾਇਆ ਤੇ ਮੁੱਕਣ ਨਾ ਦੇਣਾ, ਇਹਨੂੰ ਰਿੱਧੀ ਕਹਿੰਦੇ ਨੇ। ਇਹ ਬਰਕਤਾਂ ਵੀ ਉਹਨੂੰ ਪ੍ਰਾਪਤ ਹੋਣਗੀਆਂ। ਚੌਥਾ ਮਹਾਤਮ ਦੱਸਿਆ ਨਵਨਿਧ, 9 ਨਿਧੀਆਂ, ਪਦਮਾ ਮਹਾਪਦਮ, ਇਹਦੇ ਵਿੱਚ
ਪਦਮਾ ਮਹਾਪਦਮ ਮਕਰ ਕਸ਼ਪ ਮੁਕੰਦ ਕੁੰਦ ਨੀਲ ਸੰਖ ਖਰਬ। ਇਹ 9 ਨਦੀਆਂ ਨੇ। ਅਸਨ ਬਸਨ ਪੂ ਕਨਕ ਪੁਨ ਦਾਸੀ ਚੌਂਪ ਗੁਲਾਮ ਰਤਬਾਹੇ ਹੰਡਵਾਹੇ ਜਾਨੀਏ ਜੇ ਨਵਨਿਧ ਕੇ ਨਾਮ। ਫਿਰ ਮਹਾਰਾਜ ਕਿਹਾ ਬੁੱਧ, ਇਹ 5ਵਾਂ ਮਹਾਤਮ ਹੀ ਉਹਦੀ ਬੁੱਧ ਸ੍ਰੇਸ਼ਟ ਹੋ ਜਾਏਗੀ। ਕੋਈ ਵਿਦਿਆਰਥੀ ਸੁਖਮਨੀ ਸਾਹਿਬ ਪੜ੍ਹਦਾ ਹੈ, ਉਹਦੀ ਅਕਲ ਵਿੱਚ ਵਾਧਾ ਹੋ ਜਾਏਗਾ, ਬੁੱਧ ਬਹੁਤ ਕੰਮ ਕਰਨ ਲੱਗ ਜਾਏਗੀ। ਗਿਆਨ 6ਵਾਂ ਜਿਹੜਾ ਫਲ ਦੱਸਿਆ ਵੀ ਉਸ ਨੂੰ ਸ਼ਾਸਤਰਕ ਗਿਆਨ ਬਿਨਾਂ ਪੜ੍ਹੇ ਅਤੇ ਪਰੋਖ ਗਿਆਨ ਪਰਮਾਤਮਾ ਦਾ, ਇਹ ਉਸ ਨੂੰ ਪ੍ਰਾਪਤ ਹੋਏਗਾ। 7ਵਾਂ ਮਹਾਤਮ ਦੱਸਿਆ ਸਰਬਤੈ ਸਿੱਧ, ਸਰਬ ਸਾਰੀਆਂ ਸਿੱਧੀਆਂ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸਤਾ ਵਸੀਕਰਨ ਤੇ 10 ਗੌਣ ਸਿੱਧੀਆਂ, ਇਹ ਉਹਨੂੰ ਪ੍ਰਾਪਤ ਹੋਣਗੀਆਂ। 8ਵਾਂ ਮਹਾਤਮ ਦੱਸਿਆ ਹਰ ਕਿਸਮ ਦੀ ਵਿਦਿਆ ਪ੍ਰਾਪਤ ਹੋਏਗੀ। ਤੇ 9ਵਾਂ ਮਹਾਤਮ ਦੱਸਿਆ ਵੀ ਤਾਮਸੀ ਤਪ, ਰਾਜਸੀ ਤਪ, ਸ਼ਾਂਤ ਕੀ ਤਪ ਜਾਂ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ। ਇਹ ਤਪ ਦਾ ਮਹਾਤਮ ਵੀ ਉਸ ਨੂੰ ਮਿਲੇਗਾ ਜੋ ਤਪੱਸੀਆਂ ਨੂੰ ਨਹੀਂ ਮਿਲਦਾ, ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਨੂੰ ਮਿਲੇਗਾ। 10ਵਾਂ ਮਹਾਤਮ ਦੱਸਿਆ ਜੋਗ। ਜੋਗ ਦਾ ਅਰਥ ਹੈ ਜੁੜਨਾ। ਉਹਨੂੰ ਸਹਿਜ ਯੋਗ, ਭਗਤੀ ਯੋਗ, ਗਿਆਨ ਯੋਗ, ਜੋਗਾਸ ਚਿਤ ਬਿਰਤੀ ਨਿਰੋਧਾ, ਆਤਮਨੀ ਪਰਮਾਤਮਨੀ ਜੁਜੰਤੀ ਸਾਜੋਗਾ, ਇਹ ਉਹਨੂੰ ਪ੍ਰਾਪਤ ਹੋਏਗਾ। 11ਵਾਂ ਮਹਾਤਮ ਦੱਸਿਆ ਵੀ ਪ੍ਰਭੂ ਦਾ ਧਿਆਨ, ਪਰਮੇਸ਼ਰ ਦਾ, ਨਿਰਵਿਕਲ ਸਮਾਧੀ ਲੱਗਣ ਲੱਗ ਜਾਏਗੀ। 12ਵਾਂ ਦੱਸਿਆ ਗਿਆਨ ਸ੍ਰੇਸ਼ਟ ਅਪਰੋਕਸ਼ ਗਿਆਨ ਨੂੰ ਕਿਹਾ ਹੈ, ਸਿਖਿਆਤਾਕਾਰ ਵਾਲਾ ਗਿਆਨ। 13ਵਾਂ ਮਹਾਤਮ ਦੱਸਿਆ ਉੱਤਮ ਸ੍ਰੇਸ਼ਟਤਾਈ, ਉਹਨੂੰ ਪ੍ਰਾਪਤ ਹੋ ਜਾਏਗੀ। ਸ੍ਰੇਸ਼ਟ ਕਰਤਵ ਹੋ ਜਾਣਗੇ ਉਸਦੇ, ਸ੍ਰੇਸ਼ਟ ਪੁਰਸ਼ਾਂ ਵਿੱਚ ਗਿਣਿਆ ਜਾਏਗਾ। 14ਵਾਂ ਇਸ਼ਨਾਨ, ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਬੈਠੇ ਨੂੰ ਪ੍ਰਾਪਤ ਹੋ ਜਾਏਗਾ। 18 ਤੀਰਥਾਂ ਦੇ ਜਾਣ ਦੀ ਲੋੜ ਨਹੀਂ ਜਿਹੜਾ ਸੁਖਮਨੀ ਸਾਹਿਬ ਪੜ੍ਹਦਾ ਹੈ। ਇਹ 14ਵਾਂ ਮਹਾਤਮ ਦੱਸੇ। 15ਵੇਂ ਮਹਾਤਮ ਕਿਹਾ ਵੀ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਉਹਨੂੰ ਪ੍ਰਾਪਤ ਹੋ ਜਾਣਗੇ ਜਿਹੜਾ ਸੁਖਮਨੀ ਸਾਹਿਬ ਪੜ੍ਹੇਗਾ। 16ਵਾਂ ਮਹਾਤਮੇ ਦਾ ਦੱਸਿਆ ਵੀ ਕਮਲ ਪ੍ਰਗਾਸ, ਹਿਰਦੇ ਕਮਲ ਦਾ ਖਿੜਨਾ, ਜਿਹੜਾ ਪਰਮਾਤਮਾ ਵੱਲੋਂ ਪੁੱਠਾ ਹੋਇਆ ਵੈ, ਯੋਗੀ ਜਨ ਜਾ ਕੇ ਯੋਗ ਅਭਿਆਸ ਦੁਆਰਾ ਖੋਲਦੇ ਆ, ਇਹਨੂੰ ਸਿੱਧਾ ਕਰਦੇ ਆ ਤੇ ਸੁਖਮਨੀ ਸਾਹਿਬ ਦੀਆਂ ਬਰਕਤਾਂ ਦੇ ਨਾਲ ਉਹ ਕਮਲ ਵੀ ਖਿੜ ਆਏਗਾ, ਹਿਰਦਾ ਖਿੜੇਗਾ। 17ਵਾਂ ਮਹਾਤਮਾ ਸਭ ਦੇ ਵਿੱਚ ਰਹਿੰਦਾ ਹੋਇਆ ਵੀ, ਸਭ ਕੇ ਮਦ ਸਗਲ ਤੇ ਉਦਾਰ, ਸਾਰਿਆਂ ਵਿੱਚ ਰਹਿੰਦਾ ਹੋਇਆ ਇਹ ਅਸੰਗ ਰਹੇਗਾ, ਉਪਰਾਮ ਰਹੇਗਾ। 18ਵਾਂ ਮਹਾਤਮ ਹੈ ਸੁੰਦਰ ਸ੍ਰੇਸ਼ਟ ਗੁਣਾਂ ਦਾ ਸੁਹੱਪਣ ਹੋਏਗਾ ਉਹਦੇ ਕੋਲ। 19ਵਾਂ ਮਹਾਤਮ ਹੈ ਚਤਰ, ਦਾਨਾ ਹੋਣਾ, ਬੁੱਧੀਵਾਨ ਹੋਣਾ। 20ਵਾਂ ਮਹਾਤਮ ਹੈ ਤਤ ਦਾ ਵੇਤਾ, ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਦੇ ਜਾਣਨ ਵਾਲਾ ਹੋਏਗਾ। 21ਵਾਂ ਮਹਾਤਮ ਹੈ ਸਮਦਰਸ਼ੀ, ਏਕ ਦ੍ਰਿਸ਼ਟੇਤਾ, ਸਾਰਿਆਂ ਵਿੱਚ ਸਮਦ੍ਰਿਸ਼ਟੀ ਨਾਲ ਦੇਖਣਾ, ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਵੇਖਣਾ, ਇਹਦੇ ਵੇਖਣ ਵਾਲਾ ਇਹੀ ਜੀ ਦ੍ਰਿਸ਼ਟੀ ਉਹਦੇ ਕੋਲ ਹੋ ਜਾਏਗੀ। ਇਸ ਕਰਕੇ ਕਿਹਾ ਵੀ ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹ ਤਾਂ ਹੈ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ ਹੈ। ਇਹ ਸਾਰੀ ਜਿਹੜੀ ਸਾਰੇ ਫਲ ਉਪਰੋਕਤ ਦੱਸੇ ਨੇ ਉਹਨਾਂ ਸੇਵਕਾਂ ਨੂੰ ਪ੍ਰਾਪਤ ਹੋਣਗੇ। ਜਪਜੀ ਸਾਹਿਬ ਹੈ, ਸੁਖਮਨੀ ਸਾਹਿਬ ਹੈ, ਜਾਂ ਫਿਰ ਸਾਰੀ ਗੁਰਬਾਣੀ ਬੇਅੰਤ ਫਲ ਦੇਣ ਵਾਲੀ ਹੈ, ਪਰ ਵਿਸ਼ੇਸ਼ ਕਰਕੇ ਸੁਖਮਨੀ ਸਾਹਿਬ ਦੀ ਗੱਲ ਮਹਾਰਾਜ ਨੇ ਕੀਤੀ ਹੈ। ਜਿਹੜਾ ਮੁੱਖੋਂ ਉਚਾਰਨ ਕਰੂਗਾ ਜਾਂ ਫਿਰ ਸੁਣੇਗਾ। ਭਾਈ ਸੰਤੋਖ ਸਿੰਘ ਸਾਹਿਬ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਮਹਾਤਮ ਨੂੰ ਸਤਿਗੁਰਾਂ ਵੱਲੋਂ ਜੋ ਗੁਰੂ ਸਾਹਿਬ ਨੇ ਉਸ ਵੇਲੇ ਕਥਨ ਕੀਤਾ, ਉਹ ਪਰੰਪਰਾ ਅਨੁਸਾਰ ਇਤਿਹਾਸ ਵਿੱਚ ਜਿਹੜੀਆਂ ਗੱਲਾਂ ਆਈਆਂ ਉਹਦੇ ਚ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਉਹਨਾਂ ਦੇ ਬੋਲ ਨੇ ਤਤ ਬੇਤਿਆਂ ਦੇ। ਕਰ ਸੁਖ ਮਨੇ ਅੰਤ ਮੈਂ ਆਪੂ, ਸੁਖਮਨੀ ਸਾਹਿਬ ਮਹਾਰਾਜ ਨੇ ਰਚ ਕੇ ਅੰਤ ਦੇ ਵਿੱਚ ਫਿਰ ਆਪ ਹੀ
ਕਹਿਓ ਮਹਾਤਮ ਅਦਕ ਪ੍ਰਤਾਪੂ। ਫਿਰ ਬਹੁਤਾ ਮਹਾਤਮ ਕਥਨ ਕੀਤਾ, ਥੋੜਾ ਨਹੀਂ। ਨਾਲ ਨਿਯਮ ਬਣਾਇਆ ਕਿ ਜਿਸ ਨੇ ਇਹ 21 ਫਲ ਜਿਹੜੇ ਸੁਣੇ ਆਪ ਜੀ ਨੇ ਜਾਂ ਹੋਰ ਵੀ ਜਿਹੜੇ ਇਸ ਗਿਣਤੀ ਤੋਂ ਬਾਹਰ ਨੇ, ਜਿਹਨੇ ਪ੍ਰਾਪਤ ਕਰਨੇ ਨੇ, ਨਿਯਮ ਬਣਾ ਦਿੱਤਾ ਵੀ ਇਸ ਦੀ ਮਰਜ਼ਾਦਾ ਕੀ ਹੈ। ਕਦੋਂ ਪੜ੍ਹਨਾ ਸੁਖਮਨੀ ਸਾਹਿਬ? ਹੁਣ ਤਾਂ ਬਾਣੀ ਜਦੋਂ ਮਰਜ਼ੀ ਪੜ੍ਹ ਲਓ, ਪਰ ਇਸ ਦਾ ਵਿਧਾਨ ਹੈ ਪ੍ਰਾਤ ਸਮੇਂ ਇੱਕ ਮਨ ਕਰ ਪਾਠ। ਇਹ ਸੁਖਮਨੀ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਉਚਾਰਨ ਕੀਤੇ। ਇਹਦਾ ਬਹੁਤਾ ਮਹੱਤਵ ਵੀ ਅੰਮ੍ਰਿਤ ਵੇਲੇ ਹੀ ਕਥਨ ਕੀਤਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੋ ਜਾਣਾ ਚਾਹੀਦਾ ਹੈ। ਔਰ ਕਿਵੇਂ ਕਰਨਾ ਹੈ? ਮਨ ਇਕਾਗਰ ਕਰਕੇ ਪ੍ਰੇਮ ਦੇ ਸਹਿਤ ਕਿ ਸੁਖਮਨੀ ਸਾਹਿਬ ਨੇ ਮੇਰੀ ਕਲਿਆਣ ਕਰਨੀ ਹੈ, ਇਹਨੇ ਮੈਨੂੰ ਬਰਕਤਾਂ ਬਖਸ਼ਣੀਆਂ। ਫਿਰ ਕੀ ਫਲ ਹੋਏਗਾ? ਮਿਟੈ ਪਾਪ ਕਿਰਤ ਜਾਮ ਜੋ ਆਠ। ਅੱਠਾਂ ਪੈਰਾਂ ਦੇ ਵਿੱਚ ਜੋ ਅਚਨਚੇਤ ਪਾਪ ਹੁੰਦੇ ਹਨ, ਸੁਖਮਨੀ ਸਾਹਿਬ ਉਹਨਾਂ ਪਾਪਾਂ ਨੂੰ ਨੇੜੇ ਨਹੀਂ ਆਉਣ ਦੇਗੀ। ਸੁਖਮਨੀ ਸਾਹਿਬ ਪੜ੍ਹਿਆ, ਪੈਰਾਂ ਹੇਠ ਕੇ ਕੀੜੇ ਮਰ ਗਏ, ਜਾਣ ਕੇ ਤਾਂ ਨਹੀਂ ਮਾਰੇ, ਪਰ ਪਾਪ ਤਾਂ ਹੋ ਹੀ ਗਿਆ। ਇਹ ਪਾਪ ਦਾ ਫਲ ਨਹੀਂ ਮਿਲੇਗਾ। ਅਚਨਚੇਤ ਜਿਹੜੇ ਪਾਪ, ਨਰ ਅਚੇਤ ਪਾਪ ਤੇ ਡਰੇ, ਅੱਠੇ ਪਹਿਰ ਦੇ ਪਾਪਾਂ ਨੂੰ ਨੇੜੇ ਨਹੀਂ ਆਉਣ ਦੇਗਾ। ਸੁਖਮਨੀ ਸਾਹਿਬ ਦਾ ਪਹਿਰਾ ਐਸਾ ਹੈ, ਨੇੜੇ ਨਹੀਂ ਲੱਗਣ ਦੇਗਾ। ਅੱਗੇ ਦੱਸਦੇ ਨੇ, ਜਨਮ ਮਰਨ ਤਿੰਨ ਕੋ ਕਟ ਜਾਏ। ਜਿਹੜਾ ਸੁਖਮਨੀ ਸਾਹਿਬ ਪੜ੍ਹੇਗਾ ਜੰਮਣਾ ਮਰਨਾ ਉਹਨੂੰ ਨਹੀਂ ਹੋਏਗਾ, ਕਿਉਂਕਿ ਸੁਖਮਨੀ ਸਾਹਿਬ ਪੜ੍ਹਦਾ ਹੈ। ਪਾਠ ਪ੍ਰਭ ਚਰਨਨ ਰਹੇ ਸਮਾਏ। ਸੁਖਮਨੀ ਸਾਹਿਬ ਪੜ੍ਹਨ ਵਾਲਾ ਗੁਰੂ ਨਾਨਕ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ। ਤੇ ਫਿਰ ਕਹਿੰਦੇ ਨੇ ਸੁਖਮਨੀ ਸਾਹਿਬ ਦੇ ਮਹਾਤਮ ਦੀ ਤਾਂ ਮੈਂ ਕੀ ਗੱਲ ਕਹਾਂ। ਭਾਈ ਸੰਤੋਖ ਸਿੰਘ ਕਹਿੰਦੇ, ਸੁਖਮਨੀ ਸਾਹਿਬ ਦਾ ਤਾਂ ਜਿੱਥੇ ਬਹਿ ਕੇ ਉਚਾਰਨ ਕੀਤਾ ਮਹਾਰਾਜ ਨੇ, ਉਹਦਾ ਹੀ ਮਹਾਤਮ ਨਹੀਂ ਕਿਹਾ ਜਾ ਸਕਦਾ। ਜਹਾਂ ਬੈਠ ਸੁਖਮਨੀ ਉਚਾਰੀ। ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਉਚਾਰੀ ਹੈ, ਰਾਮਸਰ ਦੇ ਕਿਨਾਰੇ ਮੰਜੀ ਸਾਹਿਬ ਬਣਿਆ, ਬੇਰੀ ਸਾਹਿਬ ਖੜੀ ਹੈ, ਜਿੱਥੇ ਮਹਾਰਾਜ ਨੇ ਬੈਠ ਕੇ ਸੁਖਮਨੀ ਸਾਹਿਬ ਉਚਾਰੀ। ਤਿਸ ਕੇ ਦਰਸ਼ਨ ਹੋਏ ਫਲ ਭਾਰੀ। ਜੇ ਕੋਈ ਉੱਥੇ ਜਾ ਕੇ ਦਰਸ਼ਨ ਕਰੇ ਉਹਨੂੰ ਵੀ ਬਹੁਤ ਵੱਡਾ ਫਲ ਮਿਲਦਾ ਹੈ, ਕਿਉਂਕਿ ਸੁਖਮਨੀ ਸਾਹਿਬ ਉਚਾਰੀ ਉੱਥੇ। ਸਭ ਲਿਖਵਾਏ ਉੱਠੇ ਗੁਰਪੂਰੇ। ਇਹ ਸਾਰੀ ਸੁਖਮਨੀ ਸਾਹਿਬ ਲਿਖਵਾ ਕੇ ਉੱਠੇ ਸੀ, ਵਿਚਾਲੇ ਨਹੀਂ ਉੱਠੇ ਮਹਾਰਾਜ। ਇਹ ਜਿਹੜੇ ਕਹਿੰਦੇ ਆ ਜੀ ਮਹਾਰਾਜ ਨੇ ਤੇ ਜਿਹੜੀਆਂ ਅਸ਼ਟਪਦੀਆਂ 15 ਉਚਾਰਨ ਕਰਕੇ 16ਵੀਂ ਫਲਾਣੇ ਥਾਂ, ਜਾਂ ਇਹੋ ਜਿਹੀਆਂ ਮਨ ਘਾੜਤ ਗੱਲਾਂ ਕਰਦੇ ਆ, ਜਾਂ ਇਤਿਹਾਸ ਦੇ ਵਿੱਚ ਵੀ ਸੁਣੀਆਂ ਸੁਣਾਈਆਂ ਗੱਲਾਂ ਲਿਖੀਆਂ ਗਈਆਂ, ਐਸਾ ਨਹੀਂ ਹੈ। ਇਹ ਸਭ ਲਿਖਵਾਏ ਉੱਠੇ ਗੁਰਵੇ। ਸਾਰਾ ਸੁਖਮਨੀ ਸਾਹਿਬ ਲਿਖਵਾ ਕੇ ਤਾਂ ਉੱਠੇ ਸੀ, ਉਹਨਾਂ ਚਿਰ ਚੌਂਕੜਾ ਨਹੀਂ ਖੋਲਿਆ। ਪਰਉਪਕਾਰ ਚਰਿਤ ਜਿਨ ਰੂਰੇ। ਜਿਨ੍ਹਾਂ ਦੇ ਕੌਤਕ ਬੜੇ ਸੁੰਦਰ ਹਨ। ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਬੇਅੰਤ ਸਾਖੀਆਂ ਨੇ। ਉਹਦੇ ਵਿੱਚ ਕਥਨ ਹੈ ਵੀ ਇੱਕ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ, ਉਹਦਾ ਨਾਮ ਸੀ ਵਜ਼ੀਰ ਖਾਂ। ਇਹ ਕਿਵੇਂ ਗੁਰੂ ਕਾ ਸਿੱਖ ਬਣਦਾ ਹੈ? ਸੁਖਮਨੀ ਸਾਹਿਬ ਦਾ ਪ੍ਰਤਾਪ ਵਰਤਿਆ। ਉਹ ਕੀ ਹੈ? ਸੰਸਾਰ ਦੇ ਵਿੱਚ ਵੈਸੇ ਤਾਂ ਕੋਈ ਵੀ ਸੁਖੀ ਨਹੀਂ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ, ਨਾਨਕ ਦੁਖੀਆ ਸਭ ਸੰਸਾਰ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਇੱਕ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸੁਖੀ ਹੈ। ਇਹ ਭਾਵੇਂ ਅਹਿਲਕਾਰ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਹੈ, ਪਰ ਬਿਮਾਰੀ ਐਸੀ ਲੱਗੀ ਉਹਦੇ ਵਿੱਚ ਦੁਖੀ ਹੈ। ਉਹਨੂੰ ਰੋਗ ਕੀ ਲੱਗਿਆ? ਜਲੋਦਰ ਦਾ ਰੋਗ ਲੱਗ ਗਿਆ। ਜਲੋਦਰ ਦਾ ਅਰਥ ਹੀ ਜਲ ਜਮਾ ਉਦਰ। ਫੋੜੇ ਦੇ ਵਿੱਚੋਂ ਊੜਾ ਲੈ ਕੇ ਉਦਰ ਨਾਮ ਪੇਟ ਦਾ ਹੈ, ਜਲ ਨਾਮ ਪਾਣੀ ਦਾ ਹੈ। ਜਲੋਦਰ ਦਾ ਰੋਗ ਹੈ, ਪੇਟ ਵਿੱਚ ਪਾਣੀ ਭਰ ਜਾਂਦਾ ਹੈ। ਪੇਟ ਵਿੱਚ ਪਾਣੀ ਭਰ ਗਿਆ, ਬੜਾ ਭਿਆਨਕ ਰੋਗ ਹੈ। ਦਰਦ ਬੜੀ ਹੋ ਰਹੀ ਹੈ। ਇਹ ਤੋਂ ਪੀੜਤ ਹੈ। ਚੰਗੇ ਚੰਗੇ ਵੈਦ ਸਦੇ,
ਅਹਿਲਕਾਰ ਸੀ ਬਾਦਸ਼ਾਹ ਦਾ। ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਵੈਦ ਆਲੇ, ਇਲਾਜ ਨਹੀਂ ਹੋਇਆ। ਇਲਾਜ ਕਰਾਉਂਦਿਆਂ ਬਿਮਾਰੀ ਵਧੀ, ਘਟੀ ਨਹੀਂ, ਕਾਮਯਾਬੀ ਨਹੀਂ ਪ੍ਰਾਪਤ ਹੋਈ। ਤੜਫਦਾ ਹੈ ਜਿਵੇਂ ਮੱਛੀ ਤੜਫਦੀ ਹੈ ਨਾ, ਰਾਤ ਨੂੰ ਨੀਂਦ ਨਹੀਂ ਆਉਂਦੀ। ਲਾਹੌਰ ਸ਼ਹਿਰ ਵਿੱਚ ਬਹੁਤ ਸਾਰੇ ਗੁਰੂ ਕੇ ਸਿੱਖ ਰਹਿੰਦੇ ਸਨ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਸਿੱਖਿਆ ਧਾਰਨ ਕਰ ਲਈ। ਕਿਉਂਕਿ ਸੁਖਮਨੀ ਸਾਹਿਬ ਉਚਾਰਨ ਕਰਕੇ ਗੁਰੂ ਅਰਜਨ ਦੇਵ ਜੀ ਵੀ ਆਪ ਸੁਖਮਨੀ ਸਾਹਿਬ ਦਾ ਨਿਤਨੇਮ ਕਰਦੇ ਰਹੇ। ਗੁਰੂ ਸਾਹਿਬ ਦਾ ਪਰਿਵਾਰ ਸੁਖਮਨੀ ਸਾਹਿਬ ਨੂੰ ਕੰਠ ਕਰਕੇ ਨਿਤਨੇਮ ਕਰਦਾ ਰਿਹਾ। ਬਾਬਾ ਬੁੱਢਾ ਸਾਹਿਬ ਨੇ ਤਾਂ ਬੇਨਤੀ ਕਰਕੇ ਸੁਖਮਨੀ ਸਾਹਿਬ ਵੀ ਮਹਾਰਾਜ 8 ਪਹਿਰ ਸਫਲੇ ਕਰਨ ਵਾਲੀ ਬਾਣੀ ਉਚਾਰੋ। ਫਿਰ ਜਦੋਂ ਬਾਣੀ ਉਚਾਰ ਦਿੱਤੀ, ਫਿਰ ਕੀ ਖਿਆਲ ਹੈ ਵੀ ਕੋਈ ਸਿੱਖ ਹੋਊਗਾ ਇਹੋ ਜਿਹਾ ਜਿਹਨੇ ਸੁਖਮਨੀ ਸਾਹਿਬ ਨਾਲ ਕੰਠ ਕਰਿਆ ਹੋਵੇ? ਇਹ ਤਾਂ ਉਤਸ਼ਾਹ ਫੈਲ ਗਿਆ ਉਸੇ ਵੇਲੇ। ਬਾਬਾ ਬੁੱਢਾ ਸਾਹਿਬ ਜ਼ਬਾਨੀ ਸੁਖਮਨੀ ਸਾਹਿਬ ਕੰਠ ਹੈ, ਪਾਠ ਕਰਦੇ ਨੇ, ਮਾਤਾ ਗੰਗਾ ਜੀ ਕਰਦੇ ਨੇ। ਇੱਥੋਂ ਤੱਕ ਵੀ ਉਹਨਾਂ ਨੇ ਆਪਣੇ ਸਾਹਿਬਜ਼ਾਦੇ, ਸਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ ਦੇ ਵਿੱਚ ਹੀ ਸੁਖਮਨੀ ਸਾਹਿਬ ਕੰਠ ਕਰਾ ਦਿੱਤਾ। ਸਾਰੀ ਜ਼ਿੰਦਗੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਖਮਨੀ ਸਾਹਿਬ ਦਾ ਨਿਤਨੇਮ ਨਹੀਂ ਛੱਡਿਆ, ਬਚਪਨ 'ਚ ਮਿਲਿਆ ਸੀ ਮਾਤਾ ਪਿਤਾ ਤੋਂ। ਇਸ ਕਰਕੇ ਫਿਰ ਉਹ ਸੁਖਮਨੀ ਸਾਹਿਬ ਦਾ ਪਾਠ ਸਾਰੇ ਸਿੱਖ ਜਿਹੜੇ ਲਾਹੌਰ ਦੇ ਵਿੱਚ ਰਹਿੰਦੇ ਸੀ, ਜ਼ਬਾਨੀ ਕੰਠ ਹੈ, ਜਿਨ੍ਹਾਂ ਦੇ ਨਹੀਂ ਕੰਠ ਉਹ ਬੈਠ ਕੇ ਸੁਣਦੇ ਹੈ, ਤੇ ਜਿਨ੍ਹਾਂ ਦੇ ਜ਼ਬਾਨੀ ਕੰਠ ਹੈ ਉਹ ਤੁਰਦੇ ਫਿਰਦੇ ਵੀ ਸੁਖਮਨੀ ਸਾਹਿਬ ਪੜ੍ਹਦੇ ਰਹਿੰਦੇ ਆ। ਸਵੇਰੇ ਤਾਂ ਮਰਜ਼ਾਦਾ ਅਨੁਸਾਰ ਪੜ੍ਹਨੀ ਹੈ ਚੌਂਕੜਾ ਮਾਰ ਕੇ। ਇਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਦਾ ਇੱਕ ਸਿੱਖ, ਉਹ ਕਿਤੇ ਵਜ਼ੀਰ ਖਾਨ ਦੀ ਹਵੇਲੀ ਦੇ ਕੋਲ ਦੀ ਲੰਘਿਆ, ਉੱਚੇ ਉੱਚੇ ਸੁਖਮਨੀ ਸਾਹਿਬ ਪੜ੍ਹਦਾ ਜਾ ਰਿਹਾ। ਉਹ ਇੱਕ ਦਿਨ ਕਹਿੰਦੇ ਵੀ ਜਿਸ ਵੇਲੇ ਸੁਖਮਨੀ ਸਾਹਿਬ ਪੜ੍ਹ ਰਿਹਾ ਸੀ, ਵਜ਼ੀਰ ਖਾਨ ਨੇ ਪਹਿਲਾਂ ਤਾਂ ਕਦੇ ਖਿਆਲ ਨਾ ਕੀਤਾ, ਉਹਦੇ ਕੰਨਾਂ ਵਿੱਚ ਧੁਨਾਂ ਪਈਆਂ। ਉਹ ਸਹਿਜੇ ਸਹਿਜੇ ਲੰਘਦਾ ਗਿਆ, ਉਨੀ ਦੇਰ ਤੱਕ ਪੀੜਾ ਨਹੀਂ ਹੋਈ। ਉਹ ਜਦੋਂ ਦੂਰ ਚਲਿਆ ਗਿਆ, ਆਵਾਜ਼ ਸੁਣ ਤੋਂ ਹਟ ਗਈ, ਪੀੜਾ ਫੇਰ ਹੋਈ। ਅਗਲੇ ਦਿਨ ਫੇਰ ਉਹਨੇ ਕਿਹਾ ਵੀ ਇਹ ਸਿੱਖ ਜੋ ਪੜ੍ਹ ਰਿਹਾ ਹੈ, ਇਹ ਮੁਸਲਮਾਨ ਕਲਾਮ ਕਹਿੰਦੇ ਨੇ, ਵੀ ਕਲਾਮ ਦੀ ਬਰਕਤ ਹੈ। ਉਹਨੇ ਆਪਣਾ ਨੌਕਰ ਭੇਜਿਆ, ਨੌਕਰ ਭੇਜ ਕੇ ਇਹਨੂੰ ਕਿਹਾ ਵੀ ਇਹਨੂੰ ਬੁਲਾ ਕੇ ਲਿਆ, ਕੌਣ ਹੈ ਇਹ? ਉਹ ਗਿਆ, ਉਹਨੇ ਕਿਹਾ ਵੀ ਤੁਹਾਨੂੰ ਜਹਾਂਗੀਰ ਦਾ ਅਹਿਲਕਾਰ ਵਜ਼ੀਰ ਖਾਂ ਬੁਲਾਉਂਦਾ, ਬਿਮਾਰ ਹੈ ਵਿਚਾਰਾ ਬਹੁਤ। ਉਹ ਕਹਿੰਦਾ ਜੀ ਦੱਸੋ। ਪਹੁੰਚ ਗਿਆ। ਉਹ ਕਹਿਣ ਲੱਗਾ ਵੀ ਤੂੰ ਕੌਣ ਹੈ, ਆਪਣਾ ਪਰਿਚੈ ਦੇ। ਕਹਿੰਦਾ ਵੀ ਮੈਂ ਸਿੱਖ ਹਾਂ ਗੁਰੂ ਕਾ, ਦੱਸੋ ਤੁਸੀਂ ਮੈਨੂੰ ਬੁਲਾਇਆ। ਉਹ ਕਹਿੰਦਾ ਵੀ ਤੇਰੀ ਰਸਨਾ ਤੇ ਜਿਹੜੀ ਕਲਾਮ ਹੈ ਇਹ ਬਹੁਤ ਬਰਕਤ ਵਾਲੀ ਹੈ। ਜਿੰਨਾ ਚਿਰ ਮੈਂ ਸੁਣਦਾ ਉਹਨਾਂ ਚਿਰ ਮੈਨੂੰ ਆਰਾਮ ਆਉਂਦਾ ਰਿਹਾ। ਇਹ ਕਲਾਮ ਕਿਸ ਦੀ ਹੈ? ਇੰਨੀ ਬਰਕਤ ਵਾਲੀ ਕਲਾਮ ਮੈਂ ਕਿਤੇ ਸੁਣੀ ਨਹੀਂ ਇਸਲਾਮ ਦੇ ਵਿੱਚ, ਜਿਹੜਾ ਇੰਨੀ ਜਲਦੀ ਆਰਾਮ ਕਰੇ। ਉਹ ਕਹਿਣ ਲੱਗਾ ਵੀ ਇਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਇਹ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਉਹਨੇ ਕਿਹਾ ਵੀ ਤੂੰ ਮੈਨੂੰ ਕੋਲ ਬੈਠ ਕੇ ਮੇਰੇ ਤੇ ਪਰਉਪਕਾਰ ਕਰ, ਕਮ ਸੇ ਕਮ ਮੈਨੂੰ ਉਨਾ ਚਿਰ ਲੰਮਾ ਸਮਾਂ ਮੈਨੂੰ ਆਰਾਮ ਮਿਲੂਗਾ। ਉਹ ਪਰਉਪਕਾਰ ਸਮਝ ਕੇ ਕਹਿੰਦਾ ਕੋਈ ਬਾਤ ਨਹੀਂ। ਵਜ਼ੀਰ ਖਾਨ ਤੋਂ ਉੱਚਾ ਆਸਣ ਲਵਾ ਕੇ ਚੌਂਕੜਾ ਮਾਰ ਕੇ ਬਹਿ ਗਿਆ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਸ ਨੇ 4 ਘੜੀਆਂ ਸੁਖਮਨੀ ਸਾਹਿਬ ਦਾ ਪਾਠ ਕੀਤਾ। 4 ਘੜੀਆਂ ਦਾ ਮਤਲਬ ਕੀ ਬਣ ਗਿਆ? ਇੱਕ ਘੜੀ 24 ਮਿੰਟ ਦੀ ਹੁੰਦੀ ਹੈ। 4 ਘੜੀਆਂ ਦਾ ਮਤਲਬ ਬਣ ਗਿਆ 96 ਮਿੰਟ ਹੁਣ ਦੇ ਹਿਸਾਬ ਸਿਰ। 1 ਘੰਟਾ 36 ਮਿੰਟ ਇਹ ਪ੍ਰੇਮ ਨਾਲ ਪਾਠ ਕਰਦਾ ਰਿਹਾ। ਵਜ਼ੀਰ ਖਾਨ ਸੁਣਦਾ ਰਿਹਾ। ਉਹ ਫਿਰ ਜਿਸ ਵੇਲੇ 4 ਘੜੀਆਂ ਤੋਂ ਬਾਅਦ ਹੁਣ ਜਾਣਾ ਸੀ, ਉਹਨੇ ਆਪਣੇ ਧਰਮ ਦੀ ਕਿਰਤ ਕਰਨ ਵਾਲਾ ਸੀ ਬੰਦਾ, ਮੁੜ ਕੇ ਫੇਰ ਦਰਦ ਸ਼ੁਰੂ ਹੋ ਗਿਆ, ਬੇਚੈਨੀ ਹੋਈ। 1 ਘੰਟਾ 35-36 ਮਿੰਟ ਦਾ ਆਰਾਮ ਰਿਹਾ। ਅਗਲੇ ਦਿਨ ਫੇਰ ਸੁਣਿਆ, ਉਹਨੇ ਕਿਹਾ ਵੀ ਸਿੱਖਾ ਮੇਰੇ ਤੇ ਤਰਸ ਕਰੋ, ਵੀ ਉਨਾ ਚਿਰ ਤਾਂ ਆਰਾਮ ਮੈਨੂੰ ਰਹਿੰਦਾ। ਚਲੋ ਪਹਿਲਾਂ ਤਾਂ 8 ਪਹਿਰ ਤੜਫਦਾ ਸੀ, ਵੀ ਤੂੰ ਕੋਈ ਇੰਤਜ਼ਾਮ ਕਰ,
ਹੋਰ ਸਿੱਖ ਲਿਆ ਜਿਹੜਾ ਹਰ ਵੇਲੇ ਹੀ ਬਾਣੀ ਦਾ ਪਾਠ ਚੱਲਦਾ ਰਹੇ। ਉਹਨੇ ਹੋਰ ਗੁਰਸਿੱਖਾਂ ਨੂੰ ਬੇਨਤੀ ਕਰ ਲਈ, ਜਿਵੇਂ ਅਖੰਡ ਪਾਠ ਕਰਨ ਵੇਲੇ 4-5 ਸਿੰਘ ਇਕੱਠੇ ਕਰ ਲੈਨੇ ਆ, ਉਹਨੇ ਸਿੱਖ ਲੈ ਆਉਂਦੇ 8 ਪਹਿਰ ਸੁਖਮਨੀ ਸਾਹਿਬ ਦਾ ਪਾਠ, ਤੇ ਉਹਦੀ ਪੀੜਾ ਘਟਦੀ ਉਹ ਘਟ ਗਈ ਤੇ ਗੁਰਸਿੱਖਾਂ ਦੀ ਰੋਜ਼ ਸੰਗਤ ਮਿਲਣ ਲੱਗੀ। ਉਹਨਾਂ ਨੇ ਕਿਹਾ ਵੀ ਤੂੰ ਅਰਦਾਸ ਵੀ ਕਰਾ। ਉਹਨੇ ਗੁਰਸਿੱਖਾਂ ਤੋਂ ਅਰਦਾਸ ਕਰਾਈ, ਕੜਾਹ ਪ੍ਰਸ਼ਾਦ ਸੁੱਖਿਆ। ਮਹਾਰਾਜ ਜੇ ਮੇਰੀ ਬਿਮਾਰੀ ਦੀ ਜੜ ਵੱਢੀ ਜਾਏ ਤਾਂ ਮੈਂ ਆਪ ਜੀ ਦੇ ਦੀਦਾਰ ਵੀ ਕਰੂੰਗਾ। ਕਿ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਧਰ ਕੇ ਅਰਦਾਸ ਕੀਤੀ, ਪ੍ਰਸਾਦ ਦੀ ਸੁੱਖਣਾ ਸੁੱਖੀ। ਇਹ ਇਤਿਹਾਸ ਵਿੱਚ ਲਿਖਿਆ। ਕਹਿੰਦੇ ਉਹਦਾ ਰੁੱਝ ਜਿਹੜਾ ਸੀ ਖਤਮ ਹੋ ਗਿਆ ਸਾਰਾ, ਕੇਵਲ ਰਹਿ ਗਈ ਪੇਟ ਦੇ ਵਿੱਚ ਜਿਹੜਾ ਪਾਣੀ ਭਰਿਆ ਸੀ। ਵੈਦਾਂ ਨੇ ਕਿਹਾ ਵੀ ਬਿਮਾਰੀ ਭਾਵੇਂ ਪੀੜਾ ਤਾਂ ਹਟ ਗਈ, ਤੇ ਇਹ ਦੁਬਾਰੇ ਤੈਨੂੰ ਫੇਰ ਇਹ ਜਿਹੜਾ ਗੰਦਾ ਪਾਣੀ ਭਰਿਆ ਇਹ ਨਿਕਲਣਾ ਚਾਹੀਦਾ। ਉਹ ਕਹਿੰਦਾ ਵੀ ਕਿਵੇਂ ਨਿਕਲੂ? ਉਹ ਕਹਿੰਦੇ ਵੀ ਪੇਟ ਪਾੜ ਕੇ ਕੱਢਿਆ ਜਾ ਸਕਦਾ। ਉਸ ਵੇਲੇ ਇਹੋ ਜਿਹੇ ਇੰਤਜ਼ਾਮ ਨਹੀਂ ਸੀ ਜਿਹੜੇ ਹੁਣ ਆਪਰੇਸ਼ਨ ਦੇ। ਵੈਦ ਜੇ ਪੇਟ ਪਾੜ ਦਿੰਦੇ ਸੀ ਮੁੜ ਕੇ ਫਿਰ ਇਹਦੇ ਵਿੱਚ 90% ਉਹ ਸੀ, 90% ਜਿਹੜੇ ਲੋਕ ਮਰ ਜਾਂਦੇ ਸੀ ਆਪਰੇਸ਼ਨ 'ਚ। ਉਹ ਕਹਿੰਦਾ ਵੀ ਮੇਰੇ ਨਾਲ ਤਾਂ ਮੈਂ ਐਂ ਹੀ ਚੰਗਾ। ਗੁਰਸਿੱਖਾਂ ਨੇ ਦੱਸਿਆ ਵੀ ਜਿਨ੍ਹਾਂ ਦੀ ਬਾਣੀ ਸੁਣ ਕੇ ਤੇਰੀ ਪੀੜਾ ਹਟ ਗਈ, ਰੋਜ਼ ਖਤਮ ਹੋ ਗਿਆ। ਉਹਨੇ ਇਸ਼ਨਾਨ ਕਰਕੇ ਸੁਖਣਾ ਸੋ ਕੇ ਅਰਦਾਸ ਕੀਤੀ ਤੇ ਤੁਰਨ ਫਿਰਨ ਜੋਗਾ ਹੋ ਗਿਆ। ਇਹ ਫਿਰ ਪਹੁੰਚਿਆ ਅੰਮ੍ਰਿਤਸਰ ਸਾਹਿਬ। ਉਸ ਵੇਲੇ ਮਹਾਰਾਜ ਸਾਹਿਬ ਜੀ ਜਿਹੜੀ ਬੇਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ, ਜਿੱਥੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਘੋੜੇ ਬੰਨੇ ਸੀ ਜਦੋਂ ਮੱਸੇ ਦਾ ਸਿਰ ਵੱਢਿਆ, ਉਹ ਬੇਰੀ ਅਸਲ ਦੇ ਵਿੱਚ ਇਤਿਹਾਸਕ ਬੇਰੀ ਹੈ। ਸੁੱਖਾ ਸਿੰਘ ਮਤਾਬ ਸਿੰਘ ਕਰਕੇ ਨਹੀਂ, ਉੱਥੇ ਗੁਰੂ ਅਰਜਨ ਦੇਵ ਜੀ ਬੈਠਿਆ ਕਰਦੇ ਸੀ ਜਦੋਂ ਸਰੋਵਰ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦੇ, ਉੱਥੇ ਦੀਵਾਨ ਲਾਉਂਦੇ ਸੀ। ਕਿਉਂਕਿ ਅਜੇ ਅਕਾਲ ਤਖਤ ਸਾਹਿਬ ਦੀ ਤਾਂ ਸਿਰਜਣਾ ਨਹੀਂ ਹੋਈ, ਉਹ ਤਾਂ 6ਵੇਂ ਪਾਤਸ਼ਾਹ ਦੇ ਵੇਲੇ ਹੋਈ ਹੈ। ਉੱਥੇ ਖੁੱਲ੍ਹਾ ਦੀਵਾਨ ਲੱਗਦਾ, ਮੰਜੀ ਸਾਹਿਬ ਬਣਿਆ ਹੋਇਆ। ਉਹਦਾ ਨਾਮ ਹੈ ਇਲਾਚੀ ਵੇਰ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, 3 ਬੇਰੀਆਂ ਦੇ ਦਰਸ਼ਨ ਹੁੰਦੇ ਨੇ, ਇਤਿਹਾਸਕ ਨੇ ਤਿੰਨੇ ਹੀ। ਇਹ ਗੁਰੂ ਅਰਜਨ ਦੇਵ ਜੀ ਇਸ ਬੇਰੀ ਸਾਹਿਬ ਹੇਠ ਬੈਠੇ ਸੀ, ਇਸ ਕਰਕੇ ਇਹ ਬੇਰੀ ਗੁਰੂ ਅਰਜਨ ਦੇਵ ਜੀ ਤੇ ਉਦੋਂ ਬਾਅਦ ਸੁੱਖਾ ਸਿੰਘ ਮਤਾਬ ਸਿੰਘ ਦੇ ਘੋੜੇ ਬਣੇ, ਇਤਿਹਾਸ ਦਾ ਸੰਬੰਧ ਬਣਿਆ। ਇਹਦੇ ਬੇਰ ਜਿਹੜੇ ਸੀ ਉਹ ਛੋਟੇ ਛੋਟੇ ਬੇਰ ਸੀ, ਇਲਾਚੀਆਂ ਵਰਗੇ, ਤੇ ਉਹਦੇ ਸਵਾਦ ਵੀ ਇਸ ਤਰ੍ਹਾਂ ਦਾ ਆਉਂਦਾ ਸੀ। ਇਸ ਕਰਕੇ ਉਹ ਬੇਰੀ ਦਾ ਨਾਮ ਹੈ ਇਲਾਚੀ ਵੇਰ। ਉਤੋਂ ਸਿੱਧੇ ਆਪਾਂ ਪੂਰਬ ਵਾਲੇ ਪਾਸੇ ਨੂੰ ਦੇਖੀਏ, ਸਾਹਮਣੇ ਇੱਕ ਹੋਰ ਬੇਰੀ ਨਜ਼ਰ ਆਉਗੀ ਸਰੋਵਰ ਸਾਹਿਬ ਦੇ ਕਿਨਾਰੇ, ਗੁਰੂ ਰਾਮਦਾਸ ਮਹਾਰਾਜ ਦੀ ਸਰਾਂ ਵਾਲੇ ਪਾਸੇ। ਉਹ ਬੇਰੀ ਦਾ ਨਾਮ ਹੈ ਦੁੱਖ ਭੰਜਨੀ ਬੇਰ। ਉੱਥੇ ਬੀਬੀ ਰਚਨੀ ਦਾ ਕੋੜਾ ਪਤੀ ਠੀਕ ਹੋਇਆ ਸੀ, ਸਰੋਵਰ ਪ੍ਰਗਟ ਹੋਇਆ। ਤੀਸਰੀ ਬੇਰੀ ਜਿਹੜੀ ਹੈ ਉਹ ਸਾਸ ਜੀ ਇਧਰਲੇ ਪਾਸੇ ਹੈ, ਪੂਰਬ ਪੱਛਮ ਉੱਤਰ ਵਾਲੇ ਪਾਸੇ ਇੱਕ ਬੇਰੀ ਹੈ। ਉਹ ਬੇਰੀ ਦਾ ਇਤਿਹਾਸ ਵੀ ਬਾਬਾ ਬੁੱਢਾ ਸਾਹਿਬ ਜੀ ਉੱਥੇ ਬੈਠ ਕੇ ਸੇਵਾ ਕਰਾਇਆ ਕਰਦੇ ਸੀ। ਉਸ ਬੇਰੀ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਬਾਬਾ ਬੁੱਢਾ ਸਾਹਿਬ ਬੈਠੇ ਹੈ, ਤੇ ਇਹ ਵਜ਼ੀਰ ਖਾਂ ਉੱਥੇ ਪਹੁੰਚ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ। ਗਰੀਬ ਨਵਾਜ਼, ਤੁਹਾਡੀ ਰਸਨਾ ਤੋਂ ਉਚਾਰਨ ਕੀਤੀ ਸੁਖਮਨੀ ਸਾਹਿਬ, ਮੈਨੂੰ ਨਹੀਂ ਪਤਾ ਇਹਦੇ 'ਚ ਕਿੰਨੀਆਂ ਬਰਕਤਾਂ ਹੋਣਗੀਆਂ, ਪਰ ਮੈਨੂੰ ਜਲੋਦਰ ਦੀ ਬਿਮਾਰੀ ਸੀ, ਪੀੜਾ ਨਹੀਂ ਸੀ ਹਟਦੀਆਂ। ਤੁਹਾਡਾ ਸਿੱਖ ਜਾਂਦਾ ਸੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਨ, ਸੁਖਮਨੀ ਸਾਹਿਬ ਸੁਣ ਕੇ ਫਿਰ ਮੈਂ ਕੋਲ ਬੁਲਾਇਆ, ਫਿਰ ਬਾਕੀ ਦੇ ਸਿੱਖ ਬੁਲਾਏ, ਤੇ ਮਹਾਰਾਜ ਸੁਖਮਨੀ ਸਾਹਿਬ ਦੇ ਪੜ੍ਹਦਿਆਂ ਮੈਂ ਸਿੱਖਾਂ ਤੋਂ ਅਰਦਾਸ ਵੀ ਕਰਾਈ। ਇਸ਼ਨਾਨ ਕਰਕੇ ਅਰਦਾਸ ਕੀਤੀ ਸਿੱਖਾਂ ਨੇ। ਅਰਦਾਸ ਮਹਾਰਾਜ ਤੁਹਾਡੇ ਚਰਨਾਂ 'ਚ ਪ੍ਰਵਾਨ ਹੋਈ। ਹੁਣ ਬਿਮਾਰੀ ਤਾਂ ਗਈ ਹਟ, ਪਰ ਪਾਣੀ ਪੇਟ ਦੇ ਵਿੱਚ ਉਹ ਜਿਹੜਾ ਗੰਦਾ ਪਾਣੀ ਭਰਿਆ ਹੋਇਆ ਹੈ। ਜਿੱਥੇ ਇੰਨੀ ਕਿਰਪਾ ਕੀਤੀ ਹੈ, ਹੁਣ ਤੁਸੀਂ ਹੋਰ ਵੀ ਕਿਰਪਾ ਕਰ ਦਿਓ। ਮਹਾਰਾਜ ਸਾਹਿਬ ਜੀ ਕਹਿੰਦੇ ਛੋਟੇ ਮੋਟੇ ਕੰਮ ਤਾਂ ਭਾਈ ਸਿੱਖ ਵੀ ਕਰ ਸਕਦੇ ਆ, ਤੂੰ ਮੈਨੂੰ ਆਪਣਾ ਕੰਮ ਕਰਨ ਦੇ। ਉਹ ਕਹਿੰਦਾ ਜੀ ਮੈਨੂੰ ਸਿੱਖ ਦੱਸ ਦਿਓ। ਕਹਿੰਦੇ ਉਹ ਸਾਹਮਣੇ ਬਜ਼ੁਰਗ ਬੈਠੇ ਨੇ, ਇਹਦਾ ਨਾਮ ਬਾਬਾ ਬੁੱਢਾ ਸਾਹਿਬ ਹੈ, ਇਹਦੇ ਚਰਨ ਫੜ ਲੈ ਜਾ ਕੇ, ਉਹ ਕਰੂਗਾ ਤੇਰਾ ਇਲਾਜ। ਉੱਥੇ ਆ ਗਿਆ, ਹੱਥ ਜੋੜੇ ਕਹਿਣ ਲੱਗੇ ਬਾਬਾ ਜੀ ਮੇਰੀ ਬੇਨਤੀ ਸੁਣੋ। ਕਹਿੰਦੇ ਪਰੇ ਹਟ ਜਾ, ਪਰੇ
ਵਿਗਨ ਨਾ ਪਾ ਸੇਵਾ ਦੇ ਵਿੱਚ, ਪਤਾ ਨਹੀਂ ਕਿੱਥੋਂ ਆ ਗਏ। ਬਾਬਾ ਜੀ ਟੋਕਰੀ ਢੋ ਰਹੇ ਨੇ ਆਪ, ਉਹ ਫੇਰ ਵਿਚਾਰਾ ਮੂਹਰੇ ਹੋ ਕੇ ਫਿਰ ਬਾਬਾ ਜੀ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ। ਫੇਰ ਕਹਿੰਦੇ ਅੱਛਾ, ਹਾਂ ਦੱਸ ਕੀ ਗੱਲ ਹੈ। ਕਹਿੰਦਾ ਮਹਾਰਾਜ ਵੀ ਆਹ ਗੱਲ ਹੈ। ਸੁਖਮਨੀ ਸਾਹਿਬ ਸੁਣ ਕੇ ਦਰਦਾਂ ਤਾਂ ਹਟ ਗਈਆਂ, ਪਰ ਪੇਟ 'ਚ ਪਾਣੀ ਭਰਿਆ ਹੋਇਆ। ਇਹ ਕਹਿਣ ਲੱਗੇ ਫਿਰ ਮੈਂ ਕੋਈ ਵੈਦ ਥੋੜੀ ਹਾਂ ਜਿਹੜਾ ਤੇਰਾ ਪਾਣੀ ਕੱਢ ਦੇਊਂਗਾ। ਇਹ ਕਹਿੰਦੇ ਨਹੀਂ ਬਾਬਾ ਜੀ, ਗੁਰੂ ਸਾਹਿਬ ਨੇ ਹੁਕਮ ਕੀਤਾ। ਕਹਿੰਦਾ ਅੱਛਾ, ਕਰਨਾ ਤਾਂ ਗੁਰੂ ਨੇ, ਚਲੋ ਮੇਰੇ ਦੁਆਰਾ ਕਰਨਾ ਹੋਊਗਾ। ਤੇ ਟੋਕਰੀ ਫੜ ਕੇ ਇੱਕ ਹੱਥ ਨਾਲ ਉਹਦੇ ਜ਼ੋਰ ਦੀ ਪੇਟ ਤੇ ਐਸੀ ਮਾਰੀ, ਕਹਿੰਦੇ ਮੂਹਰੇ ਖੜੀ ਜਾਂਦਾ ਆ ਕੇ, ਕਹਿੰਦੇ ਸੇਵਾ ਨਹੀਂ ਕਰਨ ਦਿੰਦਾ। ਲਓ ਜੀ, ਇਸ ਬਹਾਨੇ ਜਿਵੇਂ ਬਾਬਾ ਵੀਰਮਦਾਸ ਜੀ ਗਾਲਾਂ ਕੱਢਦੇ ਕੱਢਦੀ ਬਖਸ਼ਿਸ਼ ਕਰ ਦਿੰਦੇ ਹੁੰਦੇ ਸੀ ਕਈਆਂ ਨੂੰ, ਉਹ ਟੋਕਰੀ ਮਾਰੀ ਤੇ ਉਸੇ ਵੇਲੇ ਉਹਦਾ ਗੰਦਾ ਪਾਣੀ ਜਿਹੜਾ ਸੀ ਮਲ ਮੂਤਰ ਦੇ ਰਸਤੇ ਸਾਰੇ ਪੇਟ ਦੇ ਵਿੱਚੋਂ, ਇਤਿਹਾਸ ਕਹਿੰਦੇ ਵੀ ਖਾਰਜ ਹੋ ਗਿਆ, ਤੰਦਰੁਸਤ ਹੋ ਗਿਆ। ਫਿਰ ਇਹਨੇ ਸਾਰੀ ਕਥਾ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਸੁਣਾਈ ਸੀ। ਮਹਾਰਾਜ ਮੈਂ ਤੁਹਾਡੇ ਵੱਡੇ ਗੁਰੂ ਸਾਹਿਬਾਨ, ਤੁਹਾਡੇ ਪਿਤਾ ਤੋਂ ਗੁਰੂ ਘਰ ਦਾ ਸੇਵਕ ਹਾਂ। ਇਹਨੇ ਆਪਣੇ ਪਰਿਚਾ ਦਿੱਤਾ ਸੀ। ਤੇ ਫਿਰ ਇਸ ਨੇ ਸਾਧ ਸੰਗਤ ਜੀ ਜੋ ਵੀ ਇਹ ਸਾਰਾ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਨੇ ਸੁਨਤ ਬੰਦਗੀ ਕਰ ਹਰ ਖਾਇਓ, ਸਤਿਗੁਰ ਧਨ ਮੋਹਿ ਅਪਨਾਇਓ, ਰੋਗ ਜਲੋਦਰ ਉਦਰ ਵਿਸਾਲਾ, ਪੀੜਾ ਦੇਤ ਮਹਾ ਸਭ ਕਾਲਾ। ਮੈਨੂੰ ਹਰ ਸਮੇਂ ਪੀੜਾ ਦਿੰਦਾ ਸੀ, ਕਾਲ ਨਾਮ ਸਮਝਦਾ। ਪਰਿਓ ਸਦਨ ਬਿਲ ਲਾਵਤ ਰਹੋ, ਮੈਂ ਤਾਂ ਬਿਲਕਦਾ ਰਹਿੰਦਾ ਸੀ, ਹਾਏ ਹਾਏ ਕਰਦਾ ਰਹਿੰਦਾ ਸੀ। ਹੋਤ ਵਿਖਾਦ ਸਕਲ ਹੀ ਸਹੋ, ਇਹ ਦੁੱਖ ਮੈਂ ਸਹਿੰਦਾ ਸੀ। ਨਿਕਟ ਗਰੀ ਮੈਂ ਸਿੱਖ ਇੱਕ ਜਾਵਤ, ਪਾਠ ਸੁਖਮਨੀ ਮੁਖੋਂ ਅਲਾਵਤ। ਮੇਰੀ ਗਲੀ ਚ ਨੂੰ ਲੰਘਿਆ ਸੀ, ਮੇਰੀ ਹਵੇਲੀ ਕੋਲ। ਜਬ ਮਮ ਕਾਨ ਪਰੀ ਧੁਨ ਆਨ, ਜਦੋਂ ਮੇਰੇ ਕੰਨਾਂ ਦੇ ਸੁਖਮਨੀ ਸਾਹਿਬ ਦੀ ਆਵਾਜ਼ ਪਈ, ਪੀਰਾ ਭਈ ਉਦਰ ਕੀ ਹਾਨ। ਜਿਹੜੀ ਪੀੜ ਸੀ, ਪੀਰਾ ਭਈ ਉਦਰ ਕੀ ਹਾਨ, ਮੇਰੇ ਪੇਟ ਦੇ ਵਿੱਚ ਜੋ ਦਰਦ ਹੋ ਰਿਹਾ ਸੀ ਉਹਨੂੰ ਆਰਾਮ ਮਿਲ ਗਿਆ। ਸਿੱਖ ਇਸ਼ਨਾਨ ਹਿਤ ਗਇਓ ਅਗਾਰੀ, ਹੋਣ ਲੱਗੀ ਬਾਧਾ ਪੁਨ ਭਾਰੀ। ਜਦੋਂ ਸਿੱਖ ਚਲੇ ਗਿਆ ਫਿਰ ਦਰਦ ਫੇਰ ਸ਼ੁਰੂ ਹੋ ਗਿਆ। ਕੇਤਕ ਬਿਹਰ ਮੈਂ ਸਿੱਖ ਪੁਨ ਆਇਓ, ਪਾਠ ਸੁਖਮਨੀ ਮੈਂ ਸੁਣ ਪਾਇਓ। ਫਿਰ ਮੈਂ ਸੁਣਿਆ, ਜਿਵੇਂ ਸਾਰੀ ਕਹਾਣੀ ਪਿੱਛੇ ਸੁਣੀ ਹੈ ਨਾ ਵਾਰਤਕ, ਉਹ ਹੁਣ ਕਾਵਿ ਰਚਨ ਚ ਹੈ ਉਹੀ ਗੱਲ। ਬਹੁਰ ਪਇਓ ਸੁਖ ਹਿਰਦੇ ਵਿਚਾਰਾ, ਇਸ ਤੇ ਮਿਟਤ ਕਸ਼ਟ ਮਮ ਭਾਰਾ। ਸੁਖਮਨੀ ਸਾਹਿਬ ਤੇ ਕਸ਼ਟ ਮਿਟੂਗਾ ਮੇਰਾ। ਇਤਨੇ ਮੈਂ ਸਿੱਖ ਜਬ ਚਲ ਗਇਓ, ਧੁਨ ਕੋ ਸੁਣਤ ਨਾ ਮੈਂ ਪੁਨ ਪਇਓ। ਬਾਧਾ ਅਦਕ ਬਦੀ ਤਬ ਮੇਰੇ, ਜਾਨੀ ਮਹਿਮਾ ਮਨ ਤਿਸ ਬੇਰੇ। ਇਹ ਮੈਂ ਮਹਿਮਾ ਜਾਣ ਲਈ। ਪੜ ਕਰ ਨਰ ਕੋ ਸੋ ਬੁਲਵਾਇਓ, ਮੈਂ ਬੰਦਾ ਭੇਜ ਕੇ ਬੁਲਾਇਆ। ਜਬ ਗੁਰ ਸਿੱਖ ਨਿਕਟ ਚਲ ਆਇਓ, ਸਿੱਖ ਜਦੋਂ ਨੇੜੇ ਆਇਆ, ਸਰਬ ਬਿਰਤਾਂਤ ਕਹਿੰਦੇ ਸਾਰਾ ਕਹਾਣੀ ਪੁੱਛੀ ਵੀ ਕੌਣ ਹੈ, ਕਿੱਥੋਂ ਹੈ, ਪ੍ਰੀਚਾ ਲਿਆ। ਸਰਬ ਬਿਰਤਾਂਤ ਬੂਝ ਕਰ ਰਾਖਾ, ਪਾਠ ਸੁਖਮਨੀ ਥਿਤ ਹੋਏ ਭਾਖਾ। ਜਬ ਲਓ ਸੁਨੇ ਨਾ ਪੀਰਾ ਭਈ, ਜਿੰਨਾ ਚਿਰ ਮੈਂ ਸੁਣਦਾ ਰਿਹਾ ਪੀੜ ਨਹੀਂ ਹੋਈ। ਹਟੇ ਪਾਠ ਪੁਨ ਤੈ ਸੇਥਈ, ਉਹ ਜਦੋਂ ਪਾਠ ਤੋਂ ਹਟ ਗਿਆ ਫੇਰ ਪੀੜਾ ਹੋਈ। ਤਬ ਮੈਂ ਸਿੱਖ ਅਪਰ ਟਿਕ ਰਾਖੇ, ਫਿਰ ਮੈਂ ਹੋਰ ਸਿੱਖ ਬੁਲਾਏ। ਨਿਸ ਦਿਨ ਪਾਠ ਸੁਖਮਨੀ ਭਾਖੇ, ਰਾਤ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਇਆ। ਉਹ ਇਸ ਕਰਕੇ ਆ ਵੀ ਇਤਿਹਾਸਕ ਤੱਥ ਜਿਹੜਾ ਹੈ ਉਹਨੂੰ ਝੁਠਲਾਉਣਾ ਔਖਾ ਹੁੰਦਾ ਹੈ। ਉਹ ਜਵਾਨੀ ਸੀ ਗੱਲ ਜਿਹੜੀ ਆਪਾਂ ਕਰੀ ਤਾਂ ਪ੍ਰਮਾਣ ਦਿੱਤਾ ਹੈ। ਮਾਨਿਓ ਗੁਰ ਹਿਤ ਕਰਨ ਕਰਾਹੋ, ਕੜਾ ਪ੍ਰਸ਼ਾਦ ਦੀ ਸੁਖਣਾ ਸੁਖੀ। ਸੁਣਤ ਪਾ ਸਭ ਰੁਜਦਾਹੂ, ਸਾਰੀ ਬਿਮਾਰੀ ਮੇਰੀ ਦਰਦ ਖਤਮ ਹੋ ਗਈ। ਕਿਤਕ ਦਿਓਸ ਮੈਂ ਭਇਓ ਆਰਾਮ, ਕਿੰਨੇ ਕੁ ਦਿਨਾਂ ਚ ਮੈਨੂੰ ਆਰਾਮ ਆ ਗਿਆ। ਕਰ ਇਸ਼ਨਾਨ ਰੁਜ ਗਏ ਤਮਾਮ, ਸਾਰੀ ਬਿਮਾਰੀ ਖਤਮ ਹੋ ਗਈ। ਕੇਵਲ ਪੇਟ ਚ ਪਾਣੀ ਰਹਿ ਗਿਆ। ਬੜੇ ਗੁਰਨ ਢਿਗ ਮੈਂ ਤਵੇ ਆਇਓ, ਹੇ ਗੁਰੂ ਹਰਗੋਬਿੰਦ ਸਿੰਘ ਮੈਂ ਉਸ ਵੇਲੇ ਵੱਡੂ ਗੁਰੂ ਸਾਹਿਬ ਦੇ ਕੋਲ ਆਇਆ। ਸਗਲ ਬਿਨੇ ਪਨ ਸੀਸ ਨਿਵਾਇਓ, ਉਰ ਸਰਦਾ ਲੱਗ ਕੇ ਸਿੱਖ ਕੀਨੋ। ਲਿਓ ਅਲੰਬ ਭਇਓ ਰੁਜਹੀਨੋ, ਇਮ ਮੋਹ ਕੋ ਗੁਰ ਭੇ ਸੁਖਦਾਈ। ਰੋਗ ਸੋਗ ਤੇ ਲੀਨ ਬਚਾਈ, ਰੋਗ ਸੋਗਾਂ ਤੇ ਮੈਨੂੰ ਬਚਾ ਲਿਆ। ਰੋਗ ਤੇ ਤਾਂ ਬਚਾਇਆ ਸੀ, ਜਦੋਂ ਦੀ ਸੁਖਮਨੀ ਸਾਹਿਬ ਪੜ੍ਹਦਾ ਕਹਿੰਦਾ ਸ਼ੋਗ ਵੀ ਨਹੀਂ ਆਉਂਦਾ, ਕਦੇ ਗਮ ਵੀ ਨਹੀਂ ਆਉਂਦਾ ਨੇੜੇ, ਮਨ ਖਿੜਿਆ ਰਹਿੰਦਾ।
ਤਬ ਕੋ ਮੈਂ ਸਿੱਖ ਰਾਬਰ ਘਰ ਕੋ, ਉਸ ਵੇਲੇ ਮੈਂ ਆਪ ਜੀ ਦੇ ਘਰ ਦਾ ਸਿੱਖ ਹਾਂ। ਆਪਰਨਾ ਪ੍ਰਹਿ ਤੁਮ ਤੇ ਮਮ ਔਰ ਕੋ, ਮੈਨੂੰ ਗੁਰੂ ਘਰ ਤੋਂ ਵੱਡਾ ਪਿਆਰਾ ਕੋਈ ਵੀ ਨਹੀਂ ਹੈ। ਇਹ ਤਾਂ ਸੀ ਵਜ਼ੀਰ ਖਾਂ ਦੀ ਕਹਾਣੀ। ਤੇ ਇੱਕ ਹੋਰ ਮਹਾਂਪੁਰਸ਼ ਤਤਵੇ ਤੇ ਸੰਤ ਭਾਈ ਸੁਚੇਤ ਸਿੰਘ ਜੀ ਹੋਏ, ਅੰਸਾਰ ਸਿੰਘ ਜੀ, ਉਹਨਾਂ ਪਾਸ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਸੁਖਮਨੀ ਸਾਹਿਬ ਪੜ੍ਹਨ ਦਾ ਕੀ ਮਹਾਤਮਾ ਹੈ। ਤਾਂ ਭਾਈ ਸੁਚੇਤ ਸਿੰਘ ਜੀ ਕਹਿਣ ਲੱਗੇ ਵੀ ਇੱਕ ਘਟਨਾ ਵਾਪਰੀ। ਮਥੁਰਾ ਬਿੰਦਰਾਵਨ ਵਾਲੇ ਇੱਕ ਮੁਨਸੀ ਰਹਿੰਦਾ ਸੀ, ਚਲੋ ਨੌਕਰੀ ਕਰਦਾ ਸੀ। ਉੱਥੇ ਅਚਾਨਕ ਕੋਈ ਨਿਰਮਲੇ ਜਾਂ ਉਦਾਸੀ ਮਹਾਤਮਾ, ਕਿਉਂਕਿ ਉਹਨਾਂ ਦਾ ਨਾਂ ਨਹੀਂ ਨਾ ਲਿਖਿਆ, ਇੱਕ ਮਹਾਤਮਾ ਕੋਈ ਫਿਰਦੇ ਹੋਏ ਆ ਗਏ। ਉਹ ਕੁਝ ਬੰਦਗੀ ਕਰਦੇ ਰਹੇ ਇਕਾਂਤ 'ਚ। ਇਹ ਮੁਨਸੀ ਉਹਨਾਂ ਦਾ ਸੰਗੀ ਹੋ ਗਿਆ, ਦੁੱਧ ਲੈ ਕੇ ਜਾਇਆ ਕਰੇ। ਉਹ ਇੱਕ ਦਿਨ ਮਹਾਤਮਾ ਕਹਿੰਦੇ ਵੀ ਤੇਰੇ ਘਰ ਦਾ ਦੁੱਧ ਪੀਣੇ ਆ, ਕੁਝ ਭਲਾ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਮਨੁੱਖਾ ਸਰੀਰ ਮਿਲਿਆ, ਇਹਦਾ ਵੀ ਭਲਾ ਕਰ ਲਿਆ। ਜਿਹੜੀ ਨੌਕਰੀ ਕਰਦੇ ਤਾਂ ਪਰਿਵਾਰ ਵਾਸਤੇ ਹੈ, ਤੂੰ ਆਪਣੇ ਵਾਸਤੇ ਵੀ ਕਰ ਕੁਛ। ਕਹਿੰਦੇ ਜੀ ਦੱਸੋ। ਕਹਿਣ ਲੱਗੇ ਵੀ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਨਿਤਨੇਮ ਕਰਿਆ ਕਰ। ਉਹ ਕਹਿੰਦਾ ਜੀ ਮੈਨੂੰ ਤਾਂ ਪੰਜਾਬੀ ਅੱਖਰ ਕੋਈ ਨਹੀਂ ਆਉਂਦਾ। ਉਹ ਮਹਾਤਮਾ ਕਹਿੰਦੇ ਇਹ ਮੈਂ ਸਿਖਾ ਦੇਣਾ, ਮੈਨੂੰ ਕਿਹੜਾ ਹੋਰ ਕੋਈ ਕੰਮ ਹੈ, ਗੁਰੂ ਨਾਨਕ ਦੇ ਘਰ ਦਾ ਇਹੀ ਕੰਮ ਕਰਨਾ। ਉਹਨੇ ਊੜਾ ਆੜਾ 35 ਅੱਖਰ, ਭੁਲਾਵੇਂ ਅੱਖਰ, ਮਹਾਰਨੀ ਸਭ ਪੜ੍ਹਾ ਕੇ ਫਿਰ ਜਪਜੀ ਸਾਹਿਬ ਦੀ ਸੰਥਿਆ ਦੇ ਦਿੱਤੀ। ਜਪਜੀ ਸਾਹਿਬ ਕੰਠ ਕਰਾ ਦਿੱਤਾ, ਕੰਠ ਕਰ ਇਹਨੂੰ ਇੱਕ ਇੱਕ ਪੌੜੀ ਕਰਕੇ ਕਰ ਗਿਆ। ਫਿਰ ਸੁਖਮਨੀ ਸਾਹਿਬ ਦੀ ਸੰਥਿਆ ਦੇ ਦਿੱਤੀ। ਸੁਖਮਨੀ ਸਾਹਿਬ ਨੂੰ ਕਿਹਾ ਜ਼ਬਾਨੀ ਕੰਠ ਕਰ ਲੈ। ਉਹਦੀ ਬੁੱਧੀ ਜਿਹੜੀ ਸੀ, ਬੁੱਧੀ ਇੰਨੀ ਤੇਜ਼ ਸੀ ਵੀ ਉਹਨੇ ਸੁਖਮਨੀ ਸਾਹਿਬ ਵੀ ਜ਼ਬਾਨੀ ਕੰਠ ਕਰ ਲਿਆ। ਉਹ ਪੜ੍ਹਦਾ ਰਿਹਾ ਕਰੇ। ਫਿਰ ਉਹਨੇ ਕਿਹਾ ਮਹਾਰਾਜ ਵੀ ਇਸ ਦਾ ਮੈਨੂੰ ਢੰਗ ਤਰੀਕਾ ਦੱਸੋ ਵੀ ਮਰਿਆਦਾ ਕੀ ਹੈ ਸੁਖਮਨੀ ਸਾਹਿਬ ਦੀ। ਮਹਾਂਪੁਰਸ਼ਾਂ ਨੇ ਕਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸਰੀਰ ਦੀ ਸ਼ੌਚ ਆਦਿ ਕਰਨੀ, ਮਲ ਤਿਆਗ ਕਰਿਆ, ਫਿਰ ਇਸ਼ਨਾਨ ਕਰਨਾ, ਤੇ ਸੂਰਜ ਚੜ੍ਹਨ ਤੋਂ ਪਹਿਲਾਂ ਸੁਖਮਨੀ ਸਾਹਿਬ ਸਮਾਪਤ ਕਰ ਲਿਆ ਕਰ। ਸੁੰਦਰ ਆਸਣ ਵਿਛਾਉਣਾ, ਚੌਂਕੜਾ ਮਾਰ ਕੇ ਇਕਾਗਰਮਨ ਹੋ ਕੇ ਪਾਠ ਕਰਨਾ। ਪਾਠ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਅਰਦਾਸ ਕਰਨੀ, ਸਤਿਗੁਰੂ ਦਾ ਧਿਆਨ ਧਰ ਕੇ ਵੀ ਮਹਾਰਾਜ ਮੇਰਾ ਭਲਾ ਕਰੋ। ਸੂਰਜ ਚੜ੍ਹਨ ਤੋਂ ਪਹਿਲਾਂ ਸਾਰੀ ਕਿਰਿਆ ਕਰ ਲਈ। ਕਹਿੰਦਾ ਜੀ ਠੀਕ ਹੈ। ਉਹਨੇ ਨਿਯਮ ਨਿਭਾਇਆ, ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗਾ। ਬੜਾ ਆਨੰਦ ਆਇਆ ਤੇ ਬਰਕਤਾਂ ਘਰ ਵਿੱਚ ਆਉਣ ਲੱਗੀਆਂ। ਉਹਦਾ ਇੱਕ ਰਸੋਈਆ ਰੱਖਿਆ ਹੋਇਆ ਸੀ ਬ੍ਰਾਹਮਣ, ਉਹ ਪ੍ਰਸ਼ਾਦਾ ਤਿਆਰ ਕਰਦਾ ਹੁੰਦਾ ਸੀ। ਕਿਉਂਕਿ ਮੁਨਸੀ ਪਰਿਵਾਰ ਤੋਂ ਦੂਰ ਸੀ, ਨੌਕਰੀ ਸੀ ਨਾ ਸਰਕਾਰੀ। ਉਹਨੂੰ ਕਿਤੇ ਸਰੀਰ ਬਿਮਾਰ ਹੋ ਗਿਆ, ਦਸਤ ਲੱਗ ਗਏ, ਮਰੋੜ ਲੱਗ ਗਏ। ਦਸਤ ਲੱਗਣ ਤੋਂ ਸਰੀਰ ਨਟਾਲ ਹੋ ਗਿਆ। ਹੁਣ ਉਹ ਮੁਨਸੀ ਨੇ ਦੇਖਿਆ ਵੀ ਮੇਰਾ ਰਸੋਈਆ ਹੋਇਆ ਮੈਂ ਢਿੱਲਾ, ਮੇਰਾ ਹੋ ਗਿਆ ਅੰਮ੍ਰਿਤ ਵੇਲੇ ਨਿਤਨੇਮ ਦਾ ਟਾਈਮ। ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ। ਸਰੀਰ ਕਿਰਿਆ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਉਹਨੂੰ ਬ੍ਰਾਹਮਣ ਰਸੋਈਏ ਨੂੰ ਕਹਿਣ ਲੱਗਾ, ਕਹਿੰਦਾ ਵੀ ਦੇਖ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਤੂੰ ਐ ਢਿੱਲਾ ਵੀ ਤੂੰ ਪਾਣੀ ਤਾਣੀ ਲੈਣਾ ਹੁਣੇ ਲੈ ਲਾ, ਵੀ ਮੈਂ ਸੁਖਮਨੀ ਸਾਹਿਬ ਪੂਰਾ ਕਰੇ ਬਿਨਾਂ ਬੋਲ ਨਹੀਂ ਸਕਦਾ, ਨਾ ਮੈਂ ਉੱਠਣਾ ਹੈ, ਮਹਾਂਪੁਰਖਾਂ ਦਾ ਵਚਨ ਹੈ। ਉਹ ਕਹਿੰਦਾ ਮਾਲਕ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਸਮਾਂ ਮੈਂ ਵੀ ਸੁਣ ਲੂੰਗਾ। ਦੁਖੀ ਬੰਦਾ ਇਹਦਾ ਮਨ ਇਕਾਗਰ ਹੁੰਦਾ। ਉਹ ਕਰਦਾ ਗਿਆ ਪਾਠ। ਜਿਹੜਾ ਸੀ ਸਾਧ ਸੰਗੀ ਰਸੋਈਆ ਵਿਚਾਰਾ ਸੁਣਨ ਲੱਗਾ। ਤੇ ਜਿਸ ਵੇਲੇ 15ਵੀਂ ਅਸ਼ਟਪਦੀ ਦਾ ਭੋਗ ਪੈ ਗਿਆ, 15ਵੀਂ ਅਸ਼ਟਪਦੀ ਜਾਣੀ ਪੂਰੀ ਹੋ ਗਈ, 16ਵੀਂ ਸ਼ੁਰੂ ਕਰਨੀ ਸੀ। ਉਹ ਮੁਨਸੀ ਨੇ ਦੇਖਿਆ ਵੀ ਇਹ ਤਾਂ ਹਿੱਲਦਾ ਚੱਲਦਾ ਹੀ ਨਹੀਂ ਜਮੀ। ਉਹਦੇ ਮਨ ਦੇ ਸੰਕਲਪ ਸੀ ਕੋਲੇ, ਬਹੁਤੀ ਦੂਰ ਨਹੀਂ ਸੀ। ਉਹਨੇ ਜੇ ਦੇਖਿਆ ਵੀ ਇਹ ਤਾਂ ਲੱਗਦਾ ਹੈ ਵੀ ਕੋਈ ਕਿਤੇ, ਉਹਨੇ ਹੱਥ ਨਾਲ ਵੀ ਨਾ ਬੋਲਣਾ ਤਾਂ ਹੈ ਨਹੀਂ, ਹੱਥ ਲਾ ਹਿਲਾਇਆ, ਉਹ ਮਰਿਆ ਪਿਆ। ਉਹਨੇ ਕਿਹਾ ਵੀ ਓਹੋ ਇਹ ਤਾਂ ਮਰ ਗਿਆ, ਵੀ ਹੁਣ ਚਲੋ ਕਰਤਾ ਨਹੀਂ, ਮੈਂ ਸੁਖਮਨੀ ਸਾਹਿਬ ਤਾਂ ਪੂਰਾ ਕਰਾਂ। ਸੁਖਮਨੀ ਸਾਹਿਬ ਨੇ ਪੂਰਾ ਕਰਿਆ ਮਰੇ ਪਏ ਦੇ ਕੋਲ ਹੀ। ਸੁਖਮਨੀ ਸਾਹਿਬ ਸੰਪੂਰਨ ਹੋਣ ਤੋਂ ਖੜ ਕੇ ਅਰਦਾਸ ਕੀਤੀ। ਅਰਦਾਸ ਕਰਕੇ ਵੀ ਮਹਾਰਾਜ ਵੀ ਇਹ ਵੀ ਸੁਖਮਨੀ ਸਾਹਿਬ ਸੁਣਦਾ ਪ੍ਰਲੋਕ ਗਮਨ ਕੀਤਾ, ਮਹਾਰਾਜ ਇਹ ਵੀ ਭਲਾ ਕਰਿਓ। ਉਹਦੇ ਮਨ ਦੇ ਵਿੱਚ ਇੱਕ ਹਿੰਦੂ ਮਤ ਦਾ ਪ੍ਰਭਾਵ ਵੀ ਜਿਹੜਾ ਮੰਜੇ ਤੇ ਪਿਆ ਮਰ ਜਾਏ ਉਹ ਪ੍ਰੇਤ ਬਣ ਜਾਂਦਾ। ਉਹਨੇ ਕਿਹਾ ਵੀ ਬੜਾ ਗਜਬ ਹੋ ਗਿਆ ਵੀ ਪ੍ਰੇਤ ਬਣ ਕੇ ਮੈਨੂੰ ਤੰਗ ਕਰੂਗਾ ਹੁਣ ਇਹ। ਉਹ ਇਸ ਚਿੰਤਾ ਦੇ ਵਿੱਚ ਹੈ। ਉਹ ਮੁਨਸੀ ਜਦੋਂ ਪ੍ਰਾਣ ਤਿਆਗੇ, ਉਹਨੂੰ ਲੈਣ ਵਾਸਤੇ ਵਿਵਾਨ ਲੈ ਕੇ ਦੇਵਤੇ ਪਹੁੰਚੇ।
ਉਹਨੂੰ ਸੱਚਖੰਡ ਲੈ ਗਏ। ਸੱਚਖੰਡ ਵਾਸੀ ਨਿਰੰਕਾਰ ਨਾਰਾਇਣ ਜੀ ਪਰਮੇਸ਼ਰ ਜੀ ਜਿਹਦੇ ਅਨੰਤ ਨਾਮ, ਉਹ ਦੇਖ ਕੇ ਹੱਸ ਪਏ। ਕਹਿੰਦੇ ਬ੍ਰਾਹਮਣ ਦੇਵਤਾ, ਜਿਹਦੇ ਪ੍ਰਤਾਪ ਨਾਲ ਤੂੰ ਸੱਚਖੰਡ ਪਹੁੰਚਿਆ ਉਹ ਤਾਂ ਬਹੁਤ ਚਿੰਤਾ 'ਚ ਹੈ। ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ ਤੇਰੇ ਮਾਲਕ ਨੂੰ ਇਹ ਆ ਵੀ ਤੂੰ ਮਰ ਕੇ ਪ੍ਰੇਤ ਬਣ ਗਿਆ, ਵੀ ਉਹਦਾ ਐਂ ਕਰ ਤੂੰ, ਤੈਨੂੰ ਅਸੀਂ ਵਾਪਸ ਭੇਜਦੇ ਹਾਂ। ਮਹਾਰਾਜ ਪਰਮੇਸ਼ਰ ਜੀ ਕਹਿਣ ਲੱਗੇ ਵੀ ਦੇਵਤੇ ਵਿਮਾਨ 'ਚ ਲੈ ਕੇ ਜਾਣਗੇ, ਤੂੰ ਜਾ ਕੇ ਪਹਿਲਾਂ ਉਹਦੀ ਤਸੱਲੀ ਕਰਾ ਕੇ ਆ ਦੇਖ ਇੱਧਰ, ਉਹਨੂੰ ਦੱਸ ਦੇਈਂ ਇਹ ਉਹਦੇ ਪਿਤਰ ਜਿਹੜੇ ਨੇ ਨਰਕਾਂ 'ਚੋਂ ਕੱਢ ਕੇ ਉਹ ਵੀ ਵਿਕੁੰਠ 'ਚ ਲੈ ਜਾਂਦੇ, ਕਿਉਂਕਿ ਉਹਨਾਂ ਦੇ ਅੱਗੇ ਸੰਤਾਨ ਨੇ ਸੁਖਮਨੀ ਸਾਹਿਬ ਪੜ੍ਹੀ ਹੈ। ਆਹ ਦੇਖ ਇੱਥੇ ਬੈਠੇ ਨੇ ਪਿਤਰ, ਮਿਲ ਲੈ ਇਹਨਾਂ ਨੂੰ। ਕਹਿੰਦਾ ਜੀ ਸਤਿ। ਉਧਰ ਸੰਸਕਾਰ ਉਹਦਾ ਕਰਕੇ ਕਿਰਿਆ ਕਰਮ ਸਾਰੀ ਹੋ ਗਈ। ਹੁਣ ਉਹ ਚਿੰਤਾ ਦੇ ਵਿੱਚ ਰਹਿੰਦਾ ਮੈਨੂੰ ਸੀ। ਤੀਸਰੇ ਪਹਿਰ ਇੱਕ ਦਿਨ ਗੜਬੀ ਫੜ ਕੇ ਬਾਹਰ ਮੈਦਾਨ, ਜੰਗਲ ਮੈਦਾਨ ਨੇ ਦੂਰ ਜਾਇਆ ਕਰਦੇ ਸੀ ਨਾ, ਅੱਗੇ ਪਿੰਡਾਂ 'ਚ ਹੁੰਦੇ ਨਹੀਂ ਸੀ ਇੰਤਜ਼ਾਮ ਇਹੋ ਜਿਹੇ। ਉੱਥੇ ਨੇੜੇ ਪੈਂਦਾ ਸੀ ਇੱਕ ਬਾਗ। ਉਹ ਜਦੋਂ ਉਹਦੇ ਕੋਲ ਦੀ ਲੰਘਿਆ ਜਾਂਦਾ ਹੈ, ਉੱਥੇ ਬਾਗ ਦੇ ਵਿੱਚ ਇੱਕ ਵਿਮਾਨ ਉਤਰਿਆ ਆਕਾਸ਼ ਤੋਂ। ਜਦ ਉਹਨੇ ਦੇਖਿਆ ਕਹਿਣ ਲੱਗਿਆ ਵੀ ਇਹ ਵਿਮਾਨ ਕੈਸਾ ਹੈ? ਚਮਕ ਉਹਦੀ ਦੇਖੀ, ਕਿਉਂਕਿ ਸੰਸਾਰ ਦੇ ਪਦਾਰਥਾਂ ਦਾ ਤਾਂ ਵਿਮਾਨ ਨਹੀਂ ਹੈ, ਉਹ ਪ੍ਰਕਾਸ਼ ਦਾ ਵਿਮਾਨ ਹੈ। ਉਹਦੇ ਵਿਮਾਨ ਦੇ ਪਾਲਕੀ ਦੇ ਵਿੱਚੋਂ ਨਿਕਲਿਆ ਬ੍ਰਾਹਮਣ। ਉਹਨੇ ਕਿਹਾ ਵੀ ਉਹ ਹੋਏ ਤਾਂ ਉਹੀ ਗੱਲ ਹੋ ਗਈ ਜਿਹੜੀ ਮੈਂ ਕਹਿੰਦਾ ਸੀ, ਇਹ ਤਾਂ ਆ ਗਿਆ। ਉਹ ਕਹਿੰਦਾ ਮਾਲਕ ਮੈਂ ਆ ਗਿਆ। ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਆਏਗਾ ਤੂੰ। ਕਹਿੰਦਾ ਨਹੀਂ ਨਹੀਂ, ਤੂੰ ਜਿਹੜਾ ਵਹਿਮ ਕਰਦਾ ਉਹ ਨਹੀਂ ਹੈ ਮੈਂ। ਤੂੰ ਪ੍ਰੇਤ ਸਮਝਦਾ ਮੈਨੂੰ? ਕਹਿੰਦਾ ਹੋਰ ਕੀ ਹੈ? ਕਹਿੰਦਾ ਮੈਂ ਪ੍ਰੇਤ ਨਹੀਂ ਹੈ, ਮੈਂ ਤਾਂ ਸੱਚਖੰਡ ਤੋਂ ਆਇਆ। ਪਾਲਕੀ ਖੜੀ ਹੈ, ਮੁੜ ਕੇ ਸੱਚਖੰਡ ਚਲੇ ਜਾਣ। ਮੈਨੂੰ ਪਰਮੇਸ਼ਰ ਨੇ ਇਹ ਕਹਿ ਕੇ ਭੇਜਿਆ ਵੀ ਤੈਨੂੰ ਵਹਿਮ ਹੋ ਗਿਆ ਵੀ ਮੈਂ ਮੰਜੇ ਤੇ ਮਰ ਗਿਆ, ਪ੍ਰੇਤ ਬਣ ਗਿਆ। ਮੈਂ ਪ੍ਰੇਤ ਨਹੀਂ ਬਣਿਆ, ਮੈਂ ਸੱਚਖੰਡ 'ਚ ਪਹੁੰਚਾਤਾ ਸੁਖਮਨੀ ਸਾਹਿਬ ਨੇ। ਔਰ ਇੱਕ ਗੱਲ ਧਿਆਨ ਨਾਲ ਸੁਣ ਲੈ, ਮੇਰਾ ਤਾਂ ਭਲਾ ਹੋਇਆ ਹੀ ਹੈ, ਤੇਰੀ ਮੁਕਤੀ ਵਿੱਚ ਕੋਈ ਸੰਦੇਹ ਨਹੀਂ ਹੈ। ਤੇਰੇ ਤਾਂ ਬਜ਼ੁਰਗ ਜਿਹੜੇ ਨੇ ਉਹ ਵੀ ਸੁਖਮਨੀ ਸਾਹਿਬ ਦੇ ਪ੍ਰਤਾਪ ਕਰਕੇ ਉਹ ਵੀ ਸੱਚਖੰਡ ਦੇ ਵਿੱਚ ਮਹਾਰਾਜ ਸਾਹਿਬ ਨੇ ਦਿਖਾਤੇ ਵੀ ਇਹ ਬੈਠੇ ਨੇ, ਇਹਨਾਂ ਦੀ ਔਲਾਦ ਨੇ ਸੁਖਮਨੀ ਸਾਹਿਬ ਪੜ੍ਹਿਆ। ਐਡਾ ਵੱਡਾ ਮਹਾਤਮਾ, ਤੂੰ ਸੰਦੇਹ ਨਾ ਕਰ। ਉਸ ਵੇਲੇ ਤੋਂ ਫਿਰ ਉਹ ਬਹੁਤ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ ਸਾਰੀ ਜ਼ਿੰਦਗੀ ਪੜ੍ਹਦਾ ਰਿਹਾ। ਉਹ ਤਾਂ ਵਿਮਾਨ ਤੇ ਬ੍ਰਾਹਮਣ ਤਾਂ ਵਾਪਸ ਚਲਾ ਗਿਆ। ਫਿਰ ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਪੜ੍ਹਾਉਂਦਾ ਰਿਹਾ। ਅਖੀਰ ਨੂੰ ਫਿਰ ਜਦੋਂ ਪ੍ਰਾਣ ਜਿੰਨੇ ਮਿਲੇ ਨੂੰ ਸਵਾਸ ਪੂਰੇ ਕਰਕੇ ਸੱਚਖੰਡ ਦਾ ਵਾਸੀ ਬਣਿਆ। ਇਹ ਭਾਈ ਸੁਚੇਤ ਸਿੰਘ ਮਹਾਂਪੁਰਖਾ ਜਿਹੜੇ ਸੀ, ਉਹਨਾਂ ਨੇ ਸਾਧ ਸਮਝੀ ਇਸ ਤਰ੍ਹਾਂ ਦਾ ਬਚਨ ਸੁਣਾਇਆ। ਇੱਕ ਗੋਪਾਲ ਮਹਾਤਮਾ ਹੋਇਆ ਹੈ, ਇਹ ਦੂਸਰੇ ਮਤ ਦਾ ਮਹਾਤਮਾ ਸੀ। ਇੱਕ ਵਾਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ। ਮਨ ਦੇ ਵਿੱਚ ਚਾਅ ਵੀ ਗੁਰੂ ਨਾਨਕ ਦਾ ਏਡਾ ਵੱਡਾ ਪ੍ਰਤਾਪ ਸੀ, ਸਿੱਧ ਵੀ ਮਹਾਰਾਜ ਨੇ ਨਿਵਾ ਦਿੱਤੇ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਕਰਕੇ ਫਿਰ ਉਹ ਵੀ ਮਹਾਰਾਜ ਦੇ ਦਰਸ਼ਨ ਕਰਾਂ, ਉਹਨਾਂ ਦੀ ਗੱਦੀ ਦੇ ਮਾਲਕ। ਉਹ ਕੁਦਰਤੀ ਅਨੰਦਪੁਰ ਸਾਹਿਬ ਤੋਂ ਬਾਹਰ ਸਿੱਖ ਘੋੜਿਆਂ ਵਾਸਤੇ ਘਾਹ ਲੈਣ ਦਾ, ਜਿਹੜਾ ਘਾਹ ਵੱਢ ਰਿਹਾ, ਕੋਈ ਲੱਕੜਾਂ ਵੱਢ ਰਿਹਾ, ਵੱਡੀਆਂ ਸ੍ਰੀ ਸਾਹਿਬਾਂ, ਛੋਟੀਆਂ ਸ੍ਰੀ ਸਾਹਿਬਾਂ, ਤਿਆਰ ਪਰ ਤਿਆਰ ਸ਼ਸਤਰਧਾਰੀ ਫੌਜ ਨੂੰ ਦੇਖ ਕੇ, ਬਾਣਾ ਦੇਖ ਕੇ ਸਿੰਘਾਂ ਦਾ, ਉਹ ਰੁਕ ਗਿਆ। ਕਹਿੰਦਾ ਭਾਈ ਤੁਸੀਂ ਕੌਣ ਹੋ? ਉਹ ਕਹਿੰਦੇ ਜੀ ਅਸੀਂ ਸਿੱਖ ਹਾਂ। ਕਿਹਦੇ ਸਿੱਖ ਹਾਂ? ਕਹਿੰਦੇ ਗੁਰੂ ਸਾਹਿਬ ਦੇ। ਕਿਸ ਗੁਰੂ ਦੇ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਕਹਿੰਦਾ ਉਹਨਾਂ ਨੇ ਇਹੋ ਜਿਹੇ ਬੰਦੇ ਰੱਖੇ ਹੋਏ ਨੇ। ਕਹਿੰਦਾ ਕੀ ਗੱਲ, ਤੈਨੂੰ ਵਹਿਮ ਕੀ ਹੋ ਗਿਆ? ਕਹਿੰਦਾ ਇਹਦਾ ਮਤਲਬ ਫੌਜ ਬਣਾਈ ਵੀ ਉਹਨੇ? ਕਹਿੰਦਾ ਹਾਂ ਫੌਜ। ਗੁਰੂ ਸਾਹਿਬ ਦੇ ਵੀ ਸ਼ਸਤਰ ਨੇ? ਕਹਿੰਦੇ ਉਹਨਾਂ ਦੇ ਵੀ ਸ਼ਸਤਰ। ਜੇ ਉਹਨਾਂ ਦੇ ਹੁੰਦੇ ਸਾਡੇ ਥੋੜ੍ਹੀ ਹੋਣੇ ਸੀ। ਕਹਿੰਦਾ ਓਹੋ, ਇਹ ਤਾਂ ਲੜਾਕਾ ਗੁਰੂ ਹੈ। ਕਹਿੰਦਾ ਮੈਂ ਤਾਂ ਕਿਹਾ ਕਿਤੇ ਚੌਂਕੜਾ ਮਾਰੀ ਬੈਠਾ ਹੋਊਗਾ, ਗੁਰੂ ਦਰਸ਼ਨ ਕਰਾਂਗੇ ਵੀ ਆਪਾਂ ਕੀ ਲੈਣਾ ਹੁਣ ਜਾ ਕੇ। ਮਹਾਰਾਜ ਦਰਬਾਰ 'ਚ ਬੈਠੇ ਸੀ, ਉਸ ਵੇਲੇ ਹੱਸ ਪਏ। ਭਾਈ ਦਇਆ ਸਿੰਘ ਮੇਰੇ ਹੱਦੇ ਕਹਿੰਦੇ ਕੋਈ ਨਹੀਂ, ਖੇਡ ਹੀ ਆ ਕੋਈ। ਮਹਾਰਾਜ ਨੇ ਆਪਣੇ ਮਨ ਦੇ ਨਾਲ ਸਾਧ ਦੇ ਮਨ ਨੂੰ ਫੜ ਲਿਆ। ਹੁਣ ਜਦੋਂ ਮਨ ਫੜਿਆ ਗਿਆ, ਜਿੱਧਰ ਨੂੰ ਮਨ ਜਾਊਗਾ ਫਿਰ ਤਨ ਤਾਂ ਉਧਰ ਹੀ ਜਾਊਗਾ ਨਾ। ਉਹਦੇ ਮਨ 'ਚ ਸੰਕਲਪ ਹੋ ਗਿਆ ਵੀ ਚਲੋ ਚਾਹੇ ਸ਼ਸਤਰਧਾਰੀ ਆ ਗੁਰੂ, ਆਪਾਂ ਦਰਸ਼ਨ ਤਾਂ ਕਰ ਲਈਏ। ਉਹ ਤੁਰ ਪਿਆ ਉੱਥੋਂ। ਉਧਰ ਮਹਾਰਾਜ ਸਾਹਿਬ ਜੀ ਕਿਸੇ ਮੁਹਿੰਮ ਤੇ ਜਾਣਾ ਸੀ। ਇਹ ਨਹੀਂ ਲਿਖਿਆ ਵੀ ਕਿੱਥੇ ਚੱਲੇ ਸੀ, ਇਤਿਹਾਸ 'ਚ ਇੰਨਾ ਹੀ ਲਿਖਿਆ ਮੁਹਿੰਮ ਤੇ ਚਲੇ। ਨਗਾਰਾ ਵੱਜ ਰਿਹਾ, ਘੋੜੇ ਤੇ ਮਹਾਰਾਜ ਸਾਹਿਬ ਜੀ ਬੈਠੇ ਆ, ਸ਼ਸਤਰਧਾਰੀ ਯੋਧੇ ਖੜੇ ਨੇ। ਦੂਰ ਤੱਕ ਗੋਲ ਦਾਇਰੇ ਦੇ ਵਿੱਚ ਸਿੱਖ ਖੜੇ ਆ। ਨਗਾਰਾ ਵੱਜੀ ਜਾਂਦਾ, ਜਾਣ ਦਾ ਹੁਕਮ ਨਹੀਂ ਦੇ ਰਹੇ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਜੀ ਆਪ ਜੀ ਦੀ
ਜਾਣ ਦੀ ਇੱਛਾ ਨਹੀਂ ਹੈ ਤਾਂ ਫਿਰ ਆਪਾਂ ਸਮਾਪਤ ਕਰ ਦਿੰਦੇ ਹਾਂ। ਘੋੜੇ ਤੇ ਆਪ ਜੀ ਹੇਠਾਂ ਬਰਾਜ ਜੋ ਸਿੰਘਾਸਨ, ਕਹਿੰਦੇ ਨਹੀਂ ਨਹੀਂ ਜਾਣਾ ਹੈ, ਕੋਈ ਕਾਰਜ ਹੈ ਤਾਂ ਖੜਾ ਹੈ। ਇੰਨੇ ਨੂੰ ਭੀੜ ਦੇ ਵਿੱਚ ਗੋਪਾਲ ਆ ਗਿਆ। ਉਹਨੇ ਮਨ ਦੇ ਵਿੱਚ ਕੀ ਸੋਚਿਆ ਵੀ ਜੇ ਗੁਰੂ ਪੂਰਾ ਹੈ ਤਾਂ ਮੇਰਾ ਨਾਂ ਲੈ ਕੇ ਆਵਾਜ਼ ਮਾਰੇ, ਜੇ ਗੁਰੂ ਪੂਰਾ ਹੈ ਮੈਨੂੰ ਸੱਜੀ ਬਾਂਹ ਤੋਂ ਫੜ ਲਵੇ, ਮੈਂ ਸਮਝੂੰਗਾ ਵੀ ਸ਼ਸਤਰ ਚਾਹੇ ਪਹਿਨੇ ਨੂੰ ਗੁਰੂ ਨਾਨਕ ਵਰਗਾ ਹੀ ਹੈ। ਭੀੜ ਦੇ ਵਿੱਚ ਹੁਣ ਲੰਘਣ ਦੀ ਜਗ੍ਹਾ ਨਹੀਂ ਸੀ। ਮਹਾਰਾਜ ਕਹਿੰਦੇ ਭਾਈ ਇਹਨੂੰ ਸਾਧ ਨੂੰ ਅੱਗੇ ਆ ਜਾਣ ਦਿਓ। ਮਹਾਰਾਜ ਇਹੋ ਜਿਹਾ ਬਚਨ ਘੱਟ ਹੀ ਬੋਲਦੇ ਹੁੰਦੇ। ਕਹਿੰਦੇ ਉਹ ਗੋਪਾਲ ਸਾਧੜਿਆ, ਨਾਂ ਲੈ ਕੇ ਮਹਾਰਾਜ ਕਹਿੰਦੇ ਉਹ ਗੋਪਾਲ ਸਾਧੜਿਆ ਆ ਜਾ, ਮੈਨੂੰ ਲੇਟ ਕਰਤਾ ਜਾਣ ਤੋਂ, ਤੇਰੇ ਕਰਕੇ ਹੀ ਖੜਾ ਮੈਂ। 50% ਤਾਂ ਤਸੱਲੀ ਹੋ ਗਈ। ਜਦੋਂ ਆਏ ਕੋਲ ਕਹਿੰਦੇ ਲਿਆ ਸੱਜੀ ਬਾਂਹ ਵੀ ਫੜਾ ਦੇ, ਤੇਰੀ ਤਸੱਲੀ ਹੋ ਜਾਏ। ਉਹਨੇ ਕਿਹਾ ਵੀ ਗੁਰੂ ਤਾਂ ਪੂਰਾ, ਕਹਿੰਦੇ ਸੱਜੀ ਬਾਂਹ ਫੜ ਕੇ ਕਹਿੰਦੇ ਬਸ ਤੇਰੀ ਪਰਖਣਾ 'ਚ ਗੁਰੂ ਉਹੀ ਹੁੰਦਾ ਜਿਹੜਾ ਅੰਤਰਜਾਮਤਾ ਜਾਣਦਾ ਹੋਵੇ। ਤੂੰ ਨਹੀਂ ਜਾਣਦਾ ਗੁਰੂ ਕੀ ਹੁੰਦਾ, ਤੈਨੂੰ ਪਤਾ ਹੀ ਨਹੀਂ ਗੁਰੂ ਕੀ ਹੁੰਦਾ। ਮਹਾਰਾਜ ਬਖਸ਼ ਲਓ। ਦਇਆ ਸਿੰਘ, ਹਾਂ ਮਹਾਰਾਜ। ਕਹਿੰਦੇ ਰਾਮ ਜੰਗਾ ਲਿਆਓ, ਲੰਮੀ ਤੋੜੇਦਾਰ ਬੰਦੂਕ। ਸਾਧ ਨੇ ਪਹਿਲਾਂ ਤਾਂ ਸੋਚਿਆ ਵੀ ਮੇਰੇ ਵਿੱਚ ਦੀ ਕੱਢਣਗੇ, ਕਿਉਂਕਿ ਮੈਂ ਮਾੜੀਆਂ ਗੱਲਾਂ ਸੋਚੀਆਂ ਵੀ ਲੜਾਕਾ ਗੁਰੂ ਹੈ। ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ। ਮਹਾਰਾਜ ਨੇ ਬੰਦੂਕ ਆਪਣੇ ਹੱਥ 'ਚ ਫੜੀ। ਉਹ ਸਾਧ ਐ ਜਦੋਂ ਮੋਢੇ ਤੇ ਰੱਖੀ, ਆਪ ਕਹਿੰਦਾ ਉਹ ਆਪਣੀ ਜੀਵਨੀ 'ਚ ਮੋਢੇ ਤੇ ਰੱਖੀ, ਕਹਿੰਦਾ ਉਸ ਵੇਲੇ ਭੜਕ ਦੇ ਕੇ ਜਿਵੇਂ ਦੀਵਾ ਜਲਦਾ, ਕਹਿੰਦੇ ਬ੍ਰਹਮ ਗਿਆਨ ਹੋ ਗਿਆ ਉਸ ਵੇਲੇ। ਮੈਂ ਕਿਸੇ ਗ੍ਰੰਥ 'ਚ ਨਹੀਂ ਸੀ ਪੜ੍ਹਿਆ ਕੋਈ ਸ਼ਸਤਰ ਦੇ ਨਾਲ ਸ਼ਸਤਰ ਪਹਿਨਾ ਕੇ ਬ੍ਰਹਮ ਗਿਆਨ ਕਰ ਦੇਵੇ। ਕਹਿੰਦਾ ਇਹ ਕਲਗੀ ਵਾਲੇ ਸਤਿਗੁਰੂ ਦੀ ਕਰਾਮਾਤ ਮੈਂ ਦੇਖੀ। ਬੰਦੂਕ ਫੜੀ, ਮੁਹਿੰਮ ਤੇ ਗਏ। ਛੋਟੀ ਮੋਟੀ ਕੋਈ ਲੜਾਈ ਸੀ, ਸਾਰਿਆਂ ਤੋਂ ਮੂਹਰੇ ਹੋ ਕੇ ਸਾਧ ਨੇ ਜੰਗ ਲੜਿਆ। ਮਹਾਰਾਜ ਸਾਹਿਬ ਵਾਪਸ ਕਹਿੰਦੇ ਸੰਤ ਜੀ ਤੂੰ ਤਾਂ ਕਹਿੰਦਾ ਸੀ ਵੀ ਗੁਰੂ ਲੜਾਕਾ, ਕਹਿੰਦੇ ਹੁਣ ਸਾਰਿਆਂ ਤੇ ਮੂਹਰੇ ਹੋ ਕੇ ਲੜੀ ਜਾਂਦਾ ਸੀ। ਕਹਿੰਦਾ ਮਹਾਰਾਜ ਉਹ ਤਾਂ ਮਰ ਗਿਆ ਜਿਹੜਾ ਕਹਿੰਦਾ ਸੀ। ਕਹਿੰਦੇ ਕੌਣ? ਉਹ ਸ਼ੰਕਾਵਾਦੀ ਤਾਂ ਹੋਰ ਸੀ, ਮੇਰਾ ਤਾਂ ਨਵਾਂ ਜਨਮ ਹੈ, ਮੈਂ ਤਾਂ ਤੁਹਾਡਾ ਸਿੱਖ ਹਾਂ। ਹੁਣ ਮੈਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿਓ। ਮਹਾਰਾਜ ਕਹਿੰਦੇ ਨਹੀਂ, ਕਿਸੇ ਦੇ ਬਾਗ ਦਾ ਬੂਟਾ ਪੁੱਟ ਕੇ ਮੈਂ ਨਹੀਂ ਆਪਣੇ ਬਾਗ ਚ ਲਾਉਣਾ, ਤੇਰੀ ਇਸ ਤਰ੍ਹਾਂ ਹੀ ਕਲਿਆਣ ਕਰ ਦਾਂਗੇ। ਤੂੰ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦੀ ਬਾਣੀ ਪੜਿਆ ਕਰ, ਸਿੱਖੀ ਦਾ ਪ੍ਰਚਾਰ ਕਰ। ਇਹ ਫਿਰ ਸਾਧ ਸਿੰਘ ਜੀ ਜਿਹੜਾ ਗੋਪਾਲ ਸੀ ਮਹਾਤਮਾ, ਇਹ ਫਿਰ ਉੱਥੋਂ ਆ ਕੇ ਇਸ ਨੇ ਬੰਦਗੀ ਵਾਲਾ ਸੀ। ਸੁਖਮਨੀ ਸਾਹਿਬ ਜਪਜੀ ਸਾਹਿਬ ਦੇ ਪ੍ਰਤਾਪ ਨਾਲ ਬੜੀ ਦੁਨੀਆ ਤਾਰੀ ਇਸ ਨੇ। ਮਹਾਰਾਜ ਸਾਹਿਬ ਦੇ ਮਿਲਾਪ ਤੋਂ ਬਾਅਦ ਇਸ ਨੇ ਫਿਰ ਆਪਣਾ ਇੱਕ ਸਾਧ ਸਿੰਘ ਜੀ ਅਸਥਾਨ ਬਣਾਇਆ। ਉਹ ਜ਼ਿਲ੍ਹਾ ਝੰਗ ਪੈਂਦਾ, ਇਹਨੂੰ ਪਾਕਿਸਤਾਨ ਚ ਰਹਿ ਗਿਆ ਨਾ, ਕੋਟ ਈਸਾ ਸ਼ਾਹ, ਇੱਥੇ ਅਸਥਾਨ ਬਣਾਇਆ ਇਹਨੇ। ਨਾਮ ਬਾਣੀ ਦਾ ਉਪਦੇਸ਼ ਦਿੰਦਾ ਰਿਹਾ। ਇੱਕ ਦਿਨ ਦੀ ਘਟਨਾ ਹੈ, ਇੱਕ ਮਹਾਜਨ ਦਾ ਨੌਕਰ, ਉਹ ਬੁੱਲੋ ਪਿੰਡ ਕਿਤੇ ਦਰਿਆ ਤੋਂ ਪਾਰ ਪੈਂਦਾ ਸੀ, ਉੱਥੇ ਦੇ ਰਹਿਣ ਵਾਲਾ, ਉਹਨੇ ਤੂੜੀ ਲੈਣ ਵਾਸਤੇ ਭੇਜਿਆ। ਉਹ ਸੀ ਇਹਨਾਂ ਗੋਪਾਲ ਮਹਾਤਮਾ ਦਾ ਸੰਗੀ, ਉਹਨੂੰ ਸੁਖਮਨੀ ਸਾਹਿਬ ਜ਼ਬਾਨੀ ਕੰਡ ਕਰਾਇਆ ਹੋਇਆ ਸੀ। ਉਹ ਨਾਲੇ ਤੂੜੀ ਦੀਆਂ ਪੰਡਾਂ ਬੰਨਣ ਵਾਸਤੇ ਉੱਥੇ ਕਿਤੇ ਕੋਬਰਾ ਸੱਪ ਬੜਾ ਜ਼ਹਿਰੀਲਾ ਬੈਠਾ ਸੀ, ਉਹਨੇ ਡੰਗ ਮਾਰਿਆ ਤੇ ਉਲਦ ਕੇ ਸਿੱਟਤਾ। ਉਸ ਵੇਲੇ ਮੂੰਹ 'ਚ ਸੁਖਮਨੀ ਸਾਹਿਬ ਦਾ ਪਾਠ ਸੀ। ਚਲੋ ਉਹ ਤਾਂ ਡਿੱਗ ਪਿਆ, ਸਰੀਰ ਉੱਥੇ ਪਿਆ, ਸੇਠ ਨੇ ਸਾਂਭਿਆ, ਘਰਦਿਆਂ ਨੇ ਸਾਂਭਿਆ। ਸੱਚਖੰਡ ਤੋਂ ਵਿਮਾਨ ਆ ਗਿਆ, ਉਹਦੇ 'ਚ ਬਿਠਾ ਕੇ ਜਦੋਂ ਸੱਚਖੰਡ ਨੂੰ ਲਈ ਜਾਂਦੇ ਨੇ, ਉਹ ਗੋਪਾਲ ਮਹਾਤਮਾ ਜਿਹੜਾ ਬੈਠਾ ਸੀ, ਉਹਨੇ ਦਿਵ ਨੇਤਰਾਂ ਨਾਲ, ਕਲਗੀਧਰ ਪਾਤਸ਼ਾਹ ਦੀ ਕਿਰਪਾ ਹੋ ਗਈ ਸੀ ਨਾ, ਉਹਨੇ ਜਦ ਦੇਖਿਆ ਵਿਮਾਨ 'ਚ ਬੈਠਾ ਜਾਂਦਾ ਨਾ, ਦੋਵੇਂ ਹੱਥ ਜੋੜ ਕੇ ਸੰਤਾਂ ਨੂੰ ਮੱਥਾ ਟੇਕਦਾ ਵੀ ਤੁਹਾਡੇ ਪ੍ਰਤਾਪ ਨਾਲ ਸੁਖਮਨੀ ਸਾਹਿਬ ਪੜ੍ਹ ਕੇ ਮੈਂ ਹੁਣ ਸੱਚਖੰਡ ਨੂੰ ਚੱਲਿਆ। ਮਹਾਤਮਾ ਨੇ ਵੀ ਉਹਨੂੰ ਨਮਸਕਾਰ ਕੀਤੀ ਤੇ ਨਾਲ ਕਹਿਤਾ, ਕਹਿੰਦੇ ਵਾਹ 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 ਭਲੇ ਭਲੇ, ਵਾਹ 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 ਭਲੇ ਭਲੇ। 3 ਵਾਰੀ ਕਿਹਾ ਵਾਹ 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 ਭਲੇ ਭਲੇ। ਜਿੰਨੇ ਸਤਸੰਗੀ ਕੋਲ ਬੈਠੇ ਸੀ ਉਹ ਕਹਿਣ ਲੱਗੇ ਮਹਾਰਾਜ ਵੀ ਕਿਆ ਬਾਤ ਹੈ, ਉੱਪਰ ਨੂੰ ਝਾਕਦੇ ਹੋ ਤੇ ਨਾਲੇ ਕਹਿੰਦੇ ਹੋ ਵਾਹ ਵਾਹ ਭਲੇ ਭਲੇ। ਉਹ ਕਹਿੰਦੇ ਭਾਈ ਗੁਪਤ ਗੱਲ ਹੈ। ਕਹਿੰਦੇ ਨਹੀਂ ਮਹਾਰਾਜ ਦੱਸੋ ਸਾਨੂੰ ਤਾਂ ਜ਼ਰੂਰ। ਉਹ ਕਹਿੰਦੇ ਜਿਹੜਾ ਆਪਣਾ ਸੰਗੀ ਸੀ ਨਾ, ਉਹ ਬੁੱਲੋਵਾਲ ਵਾਲੇ ਮਹਾਜਨ ਦਾ ਜਿਹੜਾ ਨੌਕਰ ਸੀ, ਕਹਿੰਦੇ ਉਹ ਸੱਪ ਡੰਗਿਆਂ ਲੋਕੀ ਕਹਿੰਦੇ ਨੇ ਵੀ ਉਹਦੀ ਕਲਿਆਣ ਨਹੀਂ ਹੁੰਦੀ। ਕਹਿੰਦੇ ਸੁਖਮਨੀ ਸਾਹਿਬ ਮੂੰਹ ਦੇ ਵਿੱਚ ਸੀ, ਕਹਿੰਦੇ ਸੱਚਖੰਡ ਨੂੰ ਜਾ ਰਿਹਾ, ਵਿਮਾਨ 'ਚ ਬੈਠਾ, ਉਹਨੂੰ ਕਹਿ ਰਿਹਾ ਸੀ ਵੀ ਵਾਹ ਵਾਹ ਭਲੇ ਭਲੇ ਵੀ ਤੂੰ ਸੁਖਮਨੀ ਸਾਹਿਬ ਪੜ੍ਹ ਕੇ ਸੱਚਖੰਡ ਨੂੰ ਜਾ ਰਿਹਾ। ਸੋ ਇਸ ਕਰਕੇ ਇਹਦੀਆਂ ਇਹੋ ਜਿਹੀਆਂ ਕਹਾਣੀਆਂ ਬੇਅੰਤ ਨੇ। ਇਸੇ ਤਰ੍ਹਾਂ ਇੱਕ ਮਹਾਂਪੁਰਸ਼ ਸੰਤ ਸੰਗਤ ਸਿੰਘ ਜੀ ਕਮਾਲੀ ਵਾਲੇ ਹੋਏ ਹੈ, ਬੜਾ ਨਾਂ ਹੈ ਇਹਨਾਂ ਦਾ ਸਿੱਖ ਜਗਤ 'ਚ। ਇਹ ਅੰਮ੍ਰਿਤ ਬਾਣੀ ਦੀ ਮਹਾਨਤਾ ਬਾਰੇ ਕਥਾ ਵਿੱਚ ਸੁਣਾਇਆ ਕਰਦੇ ਸੀ। ਇਹ ਇੱਕ ਵਾਕਿਆ ਹੈ ਕੋਈ ਸਨ 1899 ਦਾ।
ਇਹਦੇ ਵਿੱਚ ਉਹਨਾਂ ਨੇ ਸੰਤ ਫਤਿਹ ਸਿੰਘ ਜੀ ਸੇਵਾ ਪੰਥੀ ਸ਼ਾਹ ਜੀਵਨੇ ਵਾਲਿਆਂ ਤੋਂ ਇਸ ਅੰਮ੍ਰਿਤ ਬਾਣੀ ਦੇ ਅਰਥ ਸਿੱਖੇ, ਕਥਾ ਸਿੱਖੀ। ਬਾਅਦ ਦੇ ਵਿੱਚ ਟੋਭਾ ਟੇਕ ਸਿੰਘ ਪਹੁੰਚ ਕੇ ਗੁਰਦੁਆਰੇ ਵਿੱਚ ਕਥਾ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ, ਤੇ ਉੱਥੇ ਇਹਨਾਂ ਨੇ ਕਥਾ ਦੀ ਸਮਾਪਤੀ ਕਰਕੇ ਜਦੋਂ ਬਾਹਰ ਨਿਕਲੇ, ਇੱਕ ਮੁਸਲਮਾਨ ਨੌਜਵਾਨ ਧੜਮ ਦੇ ਕੇ ਪੈਰਾਂ ਤੇ ਡਿੱਗ ਪਿਆ। ਇਹ ਮਹਾਂਪੁਰਖ ਇਕਾਗਰ ਮਨ ਹੋਇਆ ਸੀ ਅੰਦਰੋਂ, ਨੇ ਕਹਿੰਦੇ ਭਾਈ ਨੌਜਵਾਨ ਕੀ ਗੱਲ, ਮੇਰੇ ਪੈਰ ਕਿਉਂ ਫੜ ਲਏ ਤੇ? ਉਹ ਕਹਿੰਦਾ ਅੱਲਾ ਵਾਲਿਓ ਮੇਰੇ ਤੇ ਰਹਿਮਤ ਕਰੋ। ਉਹ ਕਹਿਣ ਲੱਗੇ ਵੀ ਗੱਲ ਕੀ ਹੈ? ਕਹਿਣ ਲੱਗਾ ਜੀ ਮੈਂ ਜਲੰਧਰ ਤੋਂ, ਮੈਂ ਅਰਾਈ ਹਾਂ, ਮੁਸਲਮਾਨ, ਇਹ ਮੇਰਾ ਧਰਮ ਹੈ, ਗਰੀਬੀ ਦੇ ਦੁਖੀ ਕਰੇ ਹੋਏ ਨੇ, ਮੈਨੂੰ ਕਿਤੇ ਰੁਜ਼ਗਾਰ ਨਹੀਂ ਮਿਲਿਆ, ਮੈਂ ਧੱਕੇ ਖਾਂਦਾ ਫਿਰਦਾ, ਘਰ ਵਾਲੀ ਮੇਰੇ ਨਾਲ ਹੈ, ਮੇਰੀ ਪਤਨੀ, ਮੈਂ ਇੱਥੇ ਪਹੁੰਚਿਆ। ਪਹਿਲਾਂ ਅਸੀਂ ਮਸਜਿਦ ਵਿੱਚ ਗਏ, ਢਿੱਡੋਂ ਭੁੱਖਾ ਸੀ, ਮੈਂ ਮੁਜ਼ਾਵਰਾਂ ਨੂੰ ਕਿਹਾ ਵੀ ਮੈਨੂੰ ਖਾਣ ਵਾਸਤੇ ਖਾਣਾ ਦਿਓ। ਉਹ ਕਹਿੰਦੇ ਇੱਥੇ ਮਸਜਿਦ 'ਚ ਕੋਈ ਇੰਤਜ਼ਾਮ ਨਹੀਂ ਖਾਣੇ ਦਾ। ਉਹ ਕਹਿੰਦੇ ਵੀ ਰਹਿਣ ਵਾਸਤੇ ਰਾਤ ਕੱਟਣ ਦੀ ਦਿਓ। ਉਹ ਕਹਿੰਦੇ ਰਾਤ ਵੀ ਨਹੀਂ ਇੱਥੇ ਕੱਟੀ ਜਾ ਸਕਦੀ। ਕਹਿੰਦਾ ਅੱਲਾ ਵਾਲਿਓ ਮੈਂ ਗੁਰਦੁਆਰੇ ਆ ਗਿਆ, ਗੁਰਦੁਆਰੇ ਦੇ ਸੇਵਾਦਾਰ ਨੇ ਮੈਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ, ਕਮਰਾ ਦਿੱਤਾ, ਖਾਣ ਵਾਸਤੇ ਲੰਗਰ ਦਿੱਤਾ, ਮੈਂ ਤ੍ਰਿਪਤ ਹੋ ਗਿਆ। ਮੈਂ ਗੁਰੂ ਨਾਨਕ ਦਾ ਧੰਨਵਾਦ ਕੀਤਾ ਕਿ ਅਸਲੀ ਅੱਲਾ ਦਾ ਘਰ ਇਹ ਹੈ ਜਿੱਥੇ ਮੈਨੂੰ ਆਰਾਮ ਵੀ ਮਿਲਿਆ ਤੇ ਜਿੱਥੇ ਮੈਨੂੰ ਖਾਣਾ ਵੀ ਮਿਲਿਆ। ਸਵੇਰੇ ਜਦੋਂ ਤੁਸੀਂ ਕਲਾਮ ਪੜ੍ਹਨ ਲੱਗੇ ਹੋ, ਉਹ ਕਲਾਮ ਕਹਿੰਦਾ ਸੀ, ਉਹਦੀ ਬੋਲੀ ਸੁਖਮਨੀ ਸਾਹਿਬ ਦੇ ਅਰਥ ਕਰਦੇ ਸੀ ਨਾ, ਜਦੋਂ ਤੁਸੀਂ ਅੱਲਾ ਦੀ ਕਲਾਮ ਪੜ੍ਹੀ ਤਾਂ ਮੇਰਾ ਮਨ ਇਕਾਗਰ ਹੋ ਗਿਆ ਤੇ ਮੈਂ ਕਥਾ ਸੁਣੀ। ਫਿਰ ਮੈਂ ਅੰਦਰ ਵੜਿਆ ਨਹੀਂ ਵੀ ਮੈਂ ਮੁਸਲਮਾਨ ਹਾਂ। ਕਹਿੰਦੇ ਇੱਥੇ ਤਾਂ ਕੋਈ ਵੀ ਆ ਸਕਦਾ ਹੈ। ਕਹਿੰਦੇ ਜੀ ਮੈਂ ਪੌੜੀਆਂ 'ਚ ਬਹਿ ਕੇ ਕਥਾ ਸੁਣਦਾ ਰਿਹਾ, ਮੇਰੇ ਤੇ ਤਰਸ ਕਰ। ਕਹਿੰਦੇ ਚਾਹੁੰਦਾ ਕੀ ਹੈ? ਕਹਿੰਦਾ ਜੀ ਗਰੀਬੀ ਦੂਰ ਕਰਨੀ ਚਾਹੁੰਦਾ। ਕਹਿੰਦੇ ਚੰਗਾ ਇਸ ਤਰ੍ਹਾਂ ਕਰ ਵੀ ਪੜ੍ਹਿਆ ਹੋਇਆ ਹੈ ਕੁਛ? ਕਹਿੰਦਾ ਜੀ ਹਾਂ ਉਰਦੂ ਪੜ੍ਹਿਆ ਹੈ। ਉਹਨੇ ਲਿਖ ਕੇ ਦੇ ਦਿੱਤੀ। ਕਹਿੰਦੇ ਜ਼ਬਾਨੀ ਕੰਠ ਕਰ ਲੈ। ਫਿਰ ਉੱਥੇ ਖੜੇ ਖੜੇ ਸੰਤ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਉਹਨੇ ਵੀ ਕਿਹਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਦੇ 10-20 ਵਾਰ ਪੜ੍ਹਾਈ। ਕਹਿੰਦਾ ਜੀ ਹੋ ਗਈ ਕੰਠ। ਕਹਿੰਦੇ ਇਹ ਪੜ੍ਹਦਾ ਰਿਹਾ ਘਰ ਵੇਲੇ, ਗੁਰਦੁਆਰੇ ਰੋਟੀ ਖਾ, ਜਿੰਨਾ ਚਿਰ ਰੁਜ਼ਗਾਰ ਨਹੀਂ ਮਿਲਿਆ, ਚਲੋ ਗੁਰੂ ਨਾਨਕ ਕਿਰਪਾ ਕਰਨਗੇ। ਰਿੱਧੀਆਂ ਸਿੱਧੀਆਂ ਇਸ ਕਲਾਮ ਦੇ ਅਧੀਨ ਉਹ ਅੱਠੇ ਪੈਰ ਪੜ੍ਹਨ ਲੱਗਿਆ। 3 ਦਿਨ ਪੂਰੇ ਹੋ ਗਏ। ਚੌਥੇ ਦਿਨ ਇੱਕ ਫੌਜੀ ਸੂਬੇਦਾਰ ਮੱਥਾ ਟੇਕਣ ਆਇਆ। ਉਹ ਮੱਥਾ ਟੇਕ ਜਾ ਬਾਹਰ ਨਿਕਲਿਆ, ਪੌੜੀਆਂ 'ਚ ਬੈਠਾ, ਉਹ ਬੁੱਲ ਹਿੱਲਣ ਉਹਦੇ। ਉਹ ਸੂਬੇਦਾਰ ਕਹਿੰਦਾ ਓਏ ਕੌਣ ਹੈ ਤੂੰ? ਉਹ ਇਸ ਤਰ੍ਹਾਂ ਬੋਲਿਆ ਫੌਜੀਆਂ ਵਾਲੇ ਉਸ ਸੁਭਾਅ ਦੇ ਵਿੱਚ। ਉਹ ਕਹਿੰਦਾ ਜੀ ਮੈਂ ਮੁਸਲਮਾਨ ਹਾਂ, ਜਲੰਧਰ ਤੋਂ ਧੱਕੇ ਖਾਂਦਾ ਆਇਆ ਵੀ ਇੱਥੇ ਫਿਰ ਮੈਂ ਅੱਲਾ ਦੇ ਘਰ ਬੈਠੇ, ਰੋਟੀ ਇੱਥੇ ਖਾ ਲੈਣਾ ਤੇ ਮੈਂ ਇੰਤਜ਼ਾਰ ਕਰਦਾ ਮੇਰੀ ਕਿਸਮਤ ਦਾ ਦਰਵਾਜ਼ਾ ਖੁੱਲੂਗਾ, ਅੱਲਾ ਖੋਲੂਗਾ। ਕਹਿੰਦੇ ਤੇਰੇ ਬੁੱਲ ਫੁਰਕਦੇ ਆ, ਕੀ ਪੜ੍ਹਦਾ ਹੈ? ਕਹਿੰਦਾ ਅੱਲਾ ਵਾਲਿਆਂ ਨੇ ਕਲਾਮ ਦਿੱਤੀ ਉਹ ਪੜ੍ਹਦਾ ਹੈ। ਉਹ ਫੌਜੀ ਕਹਿੰਦਾ ਮੈਨੂੰ ਸੁਣਾ ਤਾਂ। ਉਹਨੇ ਜਾਂ ਸੁਣਾਈ। ਕਹਿੰਦਾ ਹੈ ਤਾਂ ਸੁਖਮਨੀ ਸਾਹਿਬ ਦੀ ਤੁਕ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਕਹਿਣ ਲੱਗਾ ਵੀ ਕੀ ਕਰ ਕੀ ਲੈਣਾ ਤੂੰ? ਕਹਿੰਦਾ ਜੀ ਮੈਂ ਖੇਤਾਂ ਦਾ ਸਾਰਾ ਕੰਮ ਜਾਣਦਾ, ਰਾਹੀਂ ਲੋਕ ਆ ਅਸੀਂ ਤਾਂ ਸਾਰਾ ਦੂਰੀਆਂ ਤੀਰੀਆਂ ਫਸਲਾਂ ਕੱਢਦੇ ਇੱਕ ਸਾਲ ਦੇ ਵਿੱਚ। ਉਹ ਕਹਿੰਦਾ ਵੀ ਮੈਨੂੰ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਕਾਮਾ ਚਾਹੀਦਾ, ਤੈਨੂੰ ਰੁਜ਼ਗਾਰ ਚਾਹੀਦਾ, ਮੈਂ ਤੈਨੂੰ 60 ਰੁਪਏ ਮਹੀਨੇ ਤੇ ਤਨਖਾਹ ਤੇ ਤੈਨੂੰ। ਉਸ ਵੇਲੇ ਦੇ ਬਹੁਤ ਸੀ 60 ਰੁਪਏ। ਉਹ ਕਹਿੰਦਾ ਜੀ ਠੀਕ ਹੈ, ਤੇਰਾ ਨਾਮ ਕੀ? ਕਹਿੰਦਾ ਅਬਦੁਲ ਕਰੀਮ। 1 ਮਹੀਨੇ ਦੀ ਪੇਸ਼ਗੀ ਦੇ ਦਿਓ, ਮੈਨੂੰ ਜ਼ਰੂਰਤ ਹੈ। ਉਹਨਾਂ ਨੇ ਦੇ ਦਿੱਤੇ। ਉਹ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨੂੰ ਰਹਿਣ ਦੀ ਜਗ੍ਹਾ ਦੇ ਦਿੱਤੀ। ਤੇ ਫਿਰ ਜਿਸ ਵੇਲੇ ਉਹਦੀ ਪਹਿਲੀ ਛਮਾਹੀ ਦੇ ਵਿੱਚ ਜਿਹੜੀ ਫਸਲ ਨਿਕਲੀ ਸੂਬੇਦਾਰ ਦੇ ਅੰਦਾਜ਼ੇ ਤੋਂ ਜ਼ਿਆਦਾ ਨਿਕਲੀ। ਉਹਨੇ ਕਿਹਾ ਵੀ ਇਹਦੀ ਕਲਾਮ ਦੀ ਬਰਕਤ ਹੈ ਤੇ ਇਹਦੀ ਧਰਮ ਦੀ ਕਿਰਤ ਕਰਦਾ ਹੈ। ਉਹਨੇ 60 ਰੁਪਏ ਤੋਂ 70 ਰੁਪਏ ਤਨਖਾਹ ਕਰਤੀ। ਅਬਦੁਲ ਕਰੀਮ ਨੇ ਸਰਦਾਰ ਦੇ ਕੋਲੋਂ ਫਿਰ ਅੱਗੇ ਚੱਲ ਕੇ 1000 ਰੁਪਇਆ ਉਧਾਰ ਲਿਆ। ਆਪਣੀ ਖੇਤੀ ਵੀ ਨਾਲ ਨਾਲ ਸ਼ੁਰੂ ਕਰਤੀ, ਉਹਦੀ ਵੀ ਕਰਦਾ ਰਿਹਾ। ਇਹੀ ਦੀ ਮਿਹਰਬਾਨੀ ਇਸ ਬਾਣੀ ਦੀ ਹੋਈ। 6 ਮਹੀਨਿਆਂ ਪਿੱਛੋਂ ਉਹਨੇ 1000 ਰੁਪਇਆ ਵਾਪਸ ਕਰਤਾ, 2000 ਉਹਨੂੰ ਬਚਤ ਹੋ ਗਈ। ਫਿਰ ਜਾਪ ਕਰਦਾ ਰਿਹਾ ਵੀ ਫਿਰ ਉਹਦਾ ਯਕੀਨ ਵੱਜਦਾ ਹੀ ਗਿਆ। 10-12 ਹਜ਼ਾਰ ਦੀ ਪੂੰਜੀ ਉਹਦੇ ਕੋਲ ਜਦੋਂ ਜਮ੍ਹਾਂ ਹੋ ਗਈ,
ਫਿਰ ਇਹ ਵਾਕਿਆ 1908 ਤੇ 9 ਸੰਨ ਦਾ। ਇਹਦੇ ਵਿੱਚ ਇਹ ਫਿਰ ਤੇ ਅਰਾਈ ਮਹਾਂਪੁਰਖਾਂ ਨੂੰ ਕਮਾਲੀਏ ਜਾ ਕੇ ਮਿਲਿਆ, ਸੀਸ ਨਵਾਇਆ, ਕਿਹਾ ਮਹਾਰਾਜ ਤੁਹਾਡੀ ਬਖਸ਼ੀ ਹੋਈ ਕਲਾਮ ਨੇ ਅੱਜ ਮੇਰੇ ਕੋਲ 4 ਮੁਰੱਬੇ ਜ਼ਮੀਨ ਹੈ। 4 ਮੁਰੱਬੇ ਥੋੜੇ ਨਹੀਂ ਹੁੰਦੇ। ਕਹਿਣ ਲੱਗੇ 4 ਮੇਰੇ ਪੁੱਤਰ ਨੇ, ਵਿਹੜੇ 'ਚ ਖੇਡਦੇ, ਮੈਨੂੰ ਬਰਕਤਾਂ ਬਖਸ਼ਦੀਆਂ ਸੁਖਮਨੀ ਸਾਹਿਬ ਦੀ ਤੁਕ ਨੇ। ਹੁਣ ਲੋਕਾਂ ਦਾ ਜਿਹੜੇ ਲੋਕ ਪਦਾਰਥਾਂ ਪਾ ਕੇ ਮੈਂ ਹੋ ਗਿਆ ਸੁਖੀ, ਹੁਣ ਮੇਲਾ ਅਗਲਾ ਲੋਕ ਸਹੇਲਾ ਕਰ ਦਿਓ। ਮਹਾਂਪੁਰਖ ਹੱਸ ਕੇ ਕਹਿੰਦੇ ਉਹ ਵੀ ਸੁਖਮਨੀ ਸਾਹਿਬ ਦੁਆਰਾ ਹੀ ਹੋਊਗਾ। ਕਿਵੇਂ? ਕਹਿੰਦੇ ਹੁਣ ਇੱਕ ਤੁਕ ਹੋਰ ਕੰਠ ਕਰ ਲੈ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਾਰਾ ਸੁਖਮਨੀ ਸਾਹਿਬ ਤਾਂ ਇੱਕ ਪਾਸ ਰਿਹਾ, ਇਹਦੇ ਨਾਲ ਹੀ ਉਹਦੀ ਕਲਿਆਣ ਹੋਈ। ਸੰਤ ਸੰਗਤ ਸਿੰਘ ਜੀ ਕਮਾਲੀ ਵਾਲੇ, ਉਹਨਾਂ ਨੇ ਉਹਦਾ ਭਲਾ ਕੀਤਾ। 2 ਤੁਕਾਂ। ਕੁਝ ਮਹਾਂਪੁਰਖਾਂ ਦੀ ਰਸਨਾ ਤੇ ਬਰਕਤ ਵੀ ਹੁੰਦੀ ਹੈ। ਉਕਾੜੇ ਵਾਲੇ ਮੁਸਲਮਾਨ ਲੰਬੜਦਾਰ ਨੂੰ ਉਰਦੂ ਦਾ ਛਪਿਆ ਹੋਇਆ ਸੁਖਮਨੀ ਸਾਹਿਬ ਸੰਗਤ ਸਿੰਘ ਸੰਤ ਜਿਹੜੇ ਕਮਾਲੀ ਵਾਲੇ ਉਹਨਾਂ ਨੇ ਬਖਸ਼ਿਆ। ਉਹ ਮੁਸਲਮਾਨ ਰਾਤ ਦਿਨ ਮਸਜਿਦ ਦੇ ਵਿੱਚ ਪੜ੍ਹਦਾ ਹੁੰਦਾ ਸੀ ਸੁਖਮਨੀ ਸਾਹਿਬ। ਇਹ ਬਾਣੀ ਦੇ ਪ੍ਰਤਾਪ ਕਰਕੇ ਅੱਲਾ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ। ਸੰਤ ਸੰਗਤ ਸਿੰਘ ਕਮਾਲੀ ਵਾਲਿਆਂ ਨੇ ਪੇਸ਼ਾਵਰ ਵਿੱਚ ਕਥਾ ਕਰਦੇ ਹੋਏ ਫਿਰ ਦੱਸਿਆ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸੀ ਕਿ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕਰਦਾ ਹੈ ਉਹਦੇ ਰਾਤ ਦਿਨ ਦੇ ਸਾਰੇ ਸਵਾਦ ਸਫਲੇ ਹੋ ਜਾਂਦੇ ਨੇ। ਆਪਣੇ ਜੀਵਨ ਨੂੰ ਸਫਲਾ ਕਰਕੇ ਪਾਪਾਂ ਤੋਂ ਮੁਕਤ ਹੋ ਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਅਮੀਰ ਸਿੰਘ ਜੀ ਬਾਲ ਬ੍ਰਹਮਚਾਰੀ, ਜਿਹੇ ਜਿਹੇ ਜੰਮੇ ਸੀ ਉਹੇ ਜਿਹੀ ਸਾਰੀ ਜ਼ਿੰਦਗੀ ਨਿਭਾ ਕੇ ਸੱਚਖੰਡ ਨੂੰ ਗਏ ਹੈ। ਉਹਨਾਂ ਨੇ 60 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ ਅੰਮ੍ਰਿਤਸਰ ਸਾਹਿਬ। 60 ਕਹਿ ਦੇਣਾ ਸੌਖਾ ਹੈ। ਬਾਬਾ ਸ਼ਾਮ ਸਿੰਘ ਨੇ 70 ਸਾਲ ਕੀਰਤਨ ਬਿਨਾਂ ਨਾਗਾ, ਇਹਨਾਂ ਨੇ 60 ਕਥਾ 11 ਮਹੀਨੇ 'ਚ ਕਥਾ ਸਮਾਪਤ ਕਰਦੇ ਸੀ। ਇਹ ਜਿਹੜੇ ਮਹਾਂਪੁਰਸ਼ਾਂ ਤੋਂ ਬਰੋਸ ਆਏ ਸੀ ਉਹਨਾਂ ਦਾ ਨਾਂ ਸੀ ਸੰਤ ਉੱਤਮ ਸਿੰਘ। ਇਹ ਉਹ ਮਹਾਤਮਾ ਸੰਤ ਉੱਤਮ ਸਿੰਘ ਜੀ ਜਿਨ੍ਹਾਂ ਨੇ ਮਹੰਤ ਭਾਈ ਹਰੀ ਸਿੰਘ ਜੀ ਦੇ ਪਾਸੋਂ ਛੋਟੀ ਉਮਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੰਠ ਕਰ ਲਿਆ ਸੀ। 94 ਸਾਲ ਸੰਤ ਉੱਤਮ ਸਿੰਘ ਜੀ ਨੇ, 94 ਸਾਲ ਥੋੜੇ ਨਹੀਂ ਹੁੰਦੇ, ਬਿਨਾਂ ਨਾਗਾ ਲਗਾਤਾਰ ਸੁਖਮਨੀ ਸਾਹਿਬ ਸੰਮਤ 1923 ਤੋਂ ਲੈ ਕੇ ਸੰਮਤ 2017 ਬਿਕਰਮੀ ਤੱਕ ਅਖੀਰਲੇ ਸਵਾਸਾਂ ਤੱਕ ਸੁਖਮਨੀ ਸਾਹਿਬ ਦਾ ਨਿਤਨੇਮ ਨਿਭਾਇਆ। ਸੁਖਮਨੀ ਸਾਹਿਬ ਦਾ ਪਾਠ ਬੜੇ ਪ੍ਰੇਮ ਨਾਲ ਵਿਸ਼ਵਾਸ ਨਾਲ ਕਰਿਆ ਕਰਦੇ ਸੀ। ਜਦੋਂ ਪਾਠ ਆਪ ਕਰਦੇ ਸੁਣਦੇ ਰਹਿੰਦੇ ਸੀ। ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਏ ਤੋਂ ਫਿਰ ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਕੁਝ ਤੁਕਾਂ ਪੜਿਆ ਕਰਦੇ ਸੀ। ਉਹ ਕੀਨ ਸੁਖਮਨੀ ਸੁੱਖਾਂ ਦੀ ਨਿੱਧ, ਪੜਦਿਆਂ ਸੁਣਦਿਆਂ ਦੇ ਕਾਰਜ ਸਿੱਧ। ਬੜੀਆਂ ਸਰਲ ਜੀਆਂ ਨੇ। ਇਹ ਸੁੱਖਾਂ ਦਾ ਖਜ਼ਾਨਾ ਹੈ, ਪੜਦਿਆਂ ਸੁਣਦਿਆਂ ਦੇ ਕਾਰਜ ਸਿੱਧ ਹੁੰਦੇ। ਸੁਖਮਨੀ ਪੜ੍ਹੀਐ ਦਿਨ ਰਾਤੀ, ਦਾ ਰਾਤ ਦਿਨ ਸੁਖਮਨੀ ਸਾਹਿਬ ਪੜੋ। ਸੁਖਮਨੀ ਸੁੱਖਾਂ ਦੀ ਦਾਤੀ, ਸੁਖਮਨੀ ਜੇ ਕੋਈ ਪੜ੍ਹੇ ਸੁਣਾਵੇ, ਜੇ ਕੋਈ ਪੜ੍ਹੇਗਾ ਜਾਂ ਸੁਣਾਵੇਗਾ ਮਨ ਬਾਂਛਤ ਫਲ ਕੋ ਸੋ ਪਾਵੇ। ਸੁਖਮਨੀ ਕਾ ਪਾਠਕ ਜੋਏ, ਮੁਖ ਤੇ ਜੋ ਬੋਲੇ ਸੋ ਹੋਏ। ਅਨ ਦਿਨ ਸੁਖਮਨੀ ਜੋ ਰਰੈ, ਭਵ ਸਾਗਰ ਤੇ ਸੋ ਨਰ ਤਰੈ। ਇਸ ਲਈ ਮਹਾਂਪੁਰਸ਼ ਜਿਹੜੇ ਸਿੱਖ ਸੰਪਰਦਾਵਾਂ ਦਾ ਕਿਹੜਾ ਮਹਾਂਪੁਰਸ਼ ਹੈ ਜਿਸ ਨੇ ਸੁਖਮਨੀ ਸਾਹਿਬ ਦੇ ਪਾਠਾਂ ਤੋਂ ਬਰਕਤਾਂ ਨਹੀਂ ਪ੍ਰਾਪਤ ਕੀਤੀਆਂ? ਸਾਕਰੀ ਸਿੱਖ ਸੇਵਕ ਦੀਆਂ ਜਥੇਬੰਦੀਆਂ, ਨਾਮ ਅਭਿਆਸ ਕਰਨ ਵਾਲੇ ਮਹਾਂਪੁਰਸ਼, ਜਿਹਦੇ ਵਿੱਚ ਸਾਧ ਸੰਗਤ ਜੀ ਜੇ ਆਪਾਂ ਗੁਰੂ ਪ੍ਰਣਾਲੀ ਰਹੀਏ, ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਤੇ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਦੀ, ਮਾਤਾ ਦੇ ਤਾਂ ਪ੍ਰਸੰਗ ਆਉਂਦੇ ਨੇ ਵੀ ਸੁਖਮਨੀ ਸਾਹਿਬ ਪੜ੍ਹ ਕੇ ਮੈਂ ਜਦੋਂ ਆਹ ਅਸ਼ਟਪਦੀ ਪੜ੍ਹਦੀ ਹਾਂ ਮੇਰੇ ਮਨ ਚ ਆਉਂਦੇ ਵੀ ਬ੍ਰਹਮ ਗਿਆਨੀ ਗੁਰੂ ਸਾਹਿਬ ਅਸੀਂ ਕਿਹਾ ਸਿੱਖ ਵੀ ਹੈ। ਫਿਰ ਭਾਈ ਰਾਮ ਕੌਰ ਜੀ ਮਿਲਾਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜਦੋਂ ਦਾਦੂ ਦੁਆਰੇ ਦਾ ਪ੍ਰਸੰਗ ਹੈ ਉਹ ਸੁਖਮਨੀ ਸਾਹਿਬ ਪੜ੍ਹ ਕੇ ਮਹਾਰਾਜ ਨੇ ਗੁਰੂ ਨਾਨਕ ਦੇ ਚਰਨਾਂ 'ਚ ਨਮਸਕਾਰ ਕੀਤੀ। ਘੋੜੇ ਤੇ ਚਲੇ ਜਾਂਦੇ ਸੁਖਮਨੀ ਸਾਹਿਬ ਪੜ੍ਹ ਰਹੇ ਸੀ। ਗੁਰੂ ਸਾਹਿਬ ਆਪ, ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਸੰਪਰਦਾ ਦਮਨੀ ਟਕਸਾਲ ਦੇ ਬੜੇ ਬੜੇ ਮਹਾਂਪੁਰਸ਼, ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਦਾ ਅਭਿਆਸ ਤੇ ਨਾਲੇ ਹੱਥੀਂ ਸੇਵਾ ਕਰਦੇ। ਤੇ ਉਹਨਾਂ ਮਹਾਂਪੁਰਸ਼ਾਂ ਤੋਂ ਬੜੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਸੁਖਮਨੀ ਸਾਹਿਬ ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਿਹੜੇ ਕਿਹੜੇ ਮਹਾਂਪੁਰਸ਼ਾਂ ਦਾ ਨਾਂ ਲਿਆ ਜਾਏ। ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ,
ਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਸੁਖਨੀ ਸਾਹਿਬ ਦੇ ਵਿੱਚੋਂ ਜੋ ਬਰਕਤਾਂ ਲਈਆਂ ਤੇ ਉਹ ਸਾਧ ਸਿੰਘ ਜੀ ਫਿਰ 8 ਪਹਿਰ ਸੁਖਨੀ ਸਾਹਿਬ ਹੁਣ ਤੱਕ ਉਹਨਾਂ ਦੇ ਅਸਥਾਨ ਤੇ ਬਿਨਾਂ ਨਾਂਗਾ ਚੱਲ ਰਿਹਾ ਹੈ। ਬਾਬਾ ਆਨੰਦ ਸਿੰਘ ਨੇ ਕਿਹਾ ਸੀ ਸੁਖਨੀ ਸਾਹਿਬ 8 ਪਹਿਰ ਜੇ ਵਜੀਦ ਖਾਂ ਦਾ ਸੁਣ ਕੇ ਬਿਮਾਰੀ ਹਟੀਏ ਤਾਂ ਲੋਕਾਂ ਦਾ ਭਲਾ ਹੋਊਗਾ। ਇਸ ਕਰਕੇ ਫਿਰ ਬੜੇ ਬੜੇ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਦੀ ਸੰਗਤ ਕਰਨ ਵਾਲੇ ਪੀਰ ਮੀਆਂ ਮੀਰ ਸੁਖਨੀ ਸਾਹਿਬ ਜ਼ਬਾਨੀ ਕੰਠ ਅਗਲੇ ਸ਼ਿਸ਼ਾਂ ਨੂੰ ਹੋਰ ਅੱਗੇ ਵੀ ਕਰਾਇਆ ਉਹਨਾਂ ਨੇ। ਬੜੀਆਂ ਬਰਕਤਾਂ ਸੁਖਨੀ ਸਾਹਿਬ। ਸੰਤ ਬਾਬਾ ਮੱਘਰ ਸਿੰਘ ਜੀ ਜੋ ਜਗਰਾਵਾਂ ਦੇ ਕੋਲੇ ਨਗਰ ਹੈ ਰਾਮਗੜ੍ਹ ਵਾਲੇ 17 ਪਾਠ ਸੁਖਨੀ ਸਾਹਿਬ ਦਾ ਫੌਜ ਵਿੱਚ ਰਹਿੰਦਿਆਂ ਨਿਤਨੇਮ ਸੀ ਉਹਨਾਂ ਦਾ 17 ਪਾਠ ਹਰ ਰੋਜ਼। ਤੇ ਸੰਤ ਬਾਬਾ ਬੀਰਮਦਾਸ ਜੀ 10 ਪਾਠ ਸੁਖਨੀ ਸਾਹਿਬ ਦੇ ਨਿਤਨੇਮ ਸੀ। ਬੈਲ ਦੇ ਥਾਂ ਤੇ ਪੇਟੀ ਲਾ ਕੇ 3 ਖੇੜਾਂ ਭਰਿਆ ਕਰਦੇ ਸੀ ਮਾਲ ਵਾਸਤੇ, ਡੰਗਰ ਪਸ਼ੂ 3 ਪਿੰਡਾਂ ਦੀਆਂ ਮਾਲ ਉੱਥੇ ਆ ਕੇ 3 ਪਿੰਡਾਂ ਦਾ ਬੰਨਾ ਲੱਗਦਾ ਸੀ। ਸੁਖਨੀ ਸਾਹਿਬ ਦੀਆਂ ਬਰਕਤਾਂ ਰਾਜੇ ਮਹਾਰਾਜੇ ਆ ਕੇ ਚਰਨੀ ਪਏ। ਉਹਨਾਂ ਦੀ ਸੰਗਤ 12 ਸਾਲ ਕੀਤੀ ਬਾਬਾ ਗੁਰਮੁਖ ਸਿੰਘ ਜੀ ਨੇ। ਉਹਨਾਂ ਦਾ ਇਹ ਵੇਰਵਾ ਨਹੀਂ ਮਿਲਦਾ ਵੀ ਕਿੰਨੇ ਪਾਠ ਕਰਦੇ ਸੀ, ਪਰ ਸੁਖਨੀ ਸਾਹਿਬ ਪੜ੍ਹਦੇ ਸੀ। ਉਹਨਾਂ ਦੇ ਅੱਗੇ ਸ਼ਿਸ਼, ਉਹਨਾਂ ਦੇ ਸਖਿਆਰਥੀ, ਉਹਨਾਂ ਦੀ ਸੰਗਤ ਕਰਨ ਵਾਲੇ ਬਾਬਾ ਦਲੀਪ ਸਿੰਘ ਜੀ ਸੁੱਕੀਆਂ ਰੋਟੀਆਂ ਖਾ ਕੇ, ਬਾਸੀ ਰੋਟੀਆਂ ਖਾ ਕੇ, ਦੁੱਧ ਘੀ ਤਾਂ ਇੱਕ ਪਾਸੇ ਰਿਹਾ। ਮਹਾਂਪੁਰਖਾਂ ਦਾ ਹੁਕਮ ਸੀ ਵੀ ਭਾਈ ਰੋਟੀ ਜਿਹੜੀ ਆ ਚੋਪੜੀ ਨਹੀਂ ਖਾਣੀ, ਤਾਜ਼ੀ ਨਹੀਂ ਖਾਣੀ। 10 ਮੈਨੂੰ ਤਾਂ ਪਹਿਲਾਂ 10 ਪਾਠਾਂ ਦਾ ਪਤਾ ਲੱਗਿਆ, ਫਿਰ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਦੱਸਿਆ ਇਹ ਨਾਂ ਰਹੇ ਸੀ ਉਹਨਾਂ ਦੇ। ਕਹਿੰਦੇ 15 ਪਾਠ ਸੁਖਨੀ ਸਾਹਿਬ ਦਾ ਕਰਦੇ ਸੀ ਹਰ ਰੋਜ਼। ਗੋਦਾਵਰੀ ਦਾ ਉੱਥੇ ਪੁਲ ਬੰਨਿਆ ਹਜੂਰ ਸਾਹਿਬ ਜਿੱਥੇ ਮਹਾਰਾਸ਼ਟਰ ਸਰਕਾਰ ਫੇਲ ਹੋ ਗਈ। ਬੜੀਆਂ ਬੜੀਆਂ ਬਰਕਤਾਂ ਹੋਈਆਂ। ਤੇ ਇਸ ਕਰਕੇ ਫਿਰ ਸੇਵਾਪੰਥੀ ਮਹਾਂਪੁਰਸ਼ ਨਿਹੰਗ ਸਿੰਘ ਸੰਪਰਦਾ ਤੇ ਸਾਰੇ ਮਹਾਂਪੁਰਸ਼ ਸੁਖਨੀ ਸਾਹਿਬ ਦੇ ਚਰਨਾਂ ਦਾ ਆਸਰਾ ਲੈਂਦੇ ਰਹੇ। ਵੱਡੀਆਂ ਵੱਡੀਆਂ ਬਰਕਤਾਂ ਸੁਖਨੀ ਸਾਹਿਬ ਤੋਂ ਤੇ ਕਿੰਨੀਆਂ ਕੁ ਕਹੀਆਂ ਜਾਣ। ਆਪਣੇ ਕੋਲ ਖੰਨਾ ਸ਼ਹਿਰ ਨੇੜੇ ਹੈ, ਲਲਹੇੜੀ ਰੋਡ ਤੇ ਇੱਕ ਮਾਈ ਰਹਿੰਦੀ ਸੀ, ਉਹਦੇ ਪੈਰ ਤੇ ਕੋੜ ਹੋ ਗਿਆ। ਆ ਜੇ ਕੱਲ ਦੀਆਂ ਗੱਲਾਂ, ਮੈਂ ਮਾਈ ਦੇਖੀ ਆ ਉਹ, ਤੇ ਮੈਨੂੰ ਸੰਤ ਭਾਈ ਮਹਿੰਦਰ ਸਿੰਘ ਨੇ ਦੱਸਿਆ, ਉਹਨੇ ਮਲਾਈ ਸੀ ਵੀ ਆਹ ਮਾਈ ਹੈ, ਉਹਨੂੰ ਕੋੜ ਹੋ ਗਿਆ। ਕਿਸੇ ਨੇ ਦੱਸਿਆ ਵੀ ਸੁਖਨੀ ਸਾਹਿਬ ਸੁਣ ਲੈ। ਉਹ ਸੁਖਨੀ ਸਾਹਿਬ ਦਾ ਪਾਠ ਗ੍ਰੰਥੀ ਨੂੰ ਬੁਲਾ ਕੇ 40 ਦਿਨ ਸੁਣਿਆ ਤੇ ਕੰਚਨ ਵਰਗੀ ਦੇਹੀ ਹੋ ਗਈ ਉਹਦੀ। ਇਸ ਕਰਕੇ ਸੁਖਨੀ ਸਾਹਿਬ ਦੀਆਂ ਬੇਅੰਤ ਬਰਕਤਾਂ ਨੇ। ਸੁਖਨੀ ਸਾਹਿਬ ਦੇ ਮਹਾਤਮ ਦੇ ਵਿੱਚ ਬਹੁਤ ਕੁਝ, ਬੜੇ ਬੜੇ ਮਹਾਂਪੁਰਖਾਂ ਦੇ, ਬੜੇ ਬੜੇ ਗੁਰਸਿੱਖਾਂ ਦੇ ਪ੍ਰਸੰਗ ਜੇ ਕਹਿੰਦੇ ਜਾਈਏ ਤਾਂ ਕਈ ਦਿਨ ਨਹੀਂ ਕਹਾਣੀ ਮੁੱਕ ਸਕਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਵੀ ਸੁਖਨੀ ਸਾਹਿਬ ਦੇ ਮਹਾਤਮ ਦੀ ਜਿਹੜੀ ਬਾਤ ਸੀ ਉਹ ਆਪਾਂ ਇਸ ਕਰਕੇ ਜਿਹੜੇ ਸੁਖਨੀ ਸਾਹਿਬ ਦੇ 24ਵੀਂ ਅਸ਼ਟਪਦੀ ਦੇ ਅਰਥਾਂ ਵਿੱਚ ਤਾਂ ਆਪਾਂ ਨਾਲ ਨਹੀਂ ਸੀ ਕਿਹਾ, ਕਿਉਂਕਿ ਸਮਾਂ ਲੱਗਣਾ ਸੀ। ਮਹਾਤਮ ਨੂੰ ਵੀ ਸਮਾਂ ਲੱਗਿਆ, ਘੰਟਾ ਲੱਗਿਆ, ਘੰਟੇ ਤੋਂ ਉੱਪਰ ਵੀ ਹੋ ਗਿਆ ਹੋਊਗਾ ਕੋਈ ਸਮਾਂ। ਆਪ ਸਾਰੀਆਂ ਸੰਗਤਾਂ ਨੇ ਮਹਾਤਮ ਸੁਣਿਆ। ਹੁਣ ਮਹਾਤਮ ਸੁਣ ਕੇ ਕੇਵਲ ਛੱਡ ਨਹੀਂ ਦੇਣਾ। ਇਹਨੂੰ ਸੁਣਿਆ ਸੁਖਨੀ ਸਾਹਿਬ ਆਪਣੀ ਜ਼ਿੰਦਗੀ ਦਾ ਇੱਕ ਗਹਿਣਾ ਬਣ ਜਾਏ। ਜੇ ਆਉਂਦਾ ਨਹੀਂ ਤਾਂ ਸਰਵਣ ਕਰੋ। ਜਿਹੜੇ ਪੜ੍ਹਨ ਜਾਣਦੇ ਆ ਸੁਖਨੀ ਸਾਹਿਬ ਦਾ ਨਿਤਨੇਮ ਨਿਭਾਓ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸਹੇਲਾ ਹੋ ਜਾਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ ਨੇ ਤੇ ਇਹ ਬਰਕਤਾਂ ਕਿਹਨਾਂ ਨੂੰ ਮਿਲਦੀਆਂ ਨੇ? ਸੁਖਨੀ ਸਾਹਿਬ ਦੇ ਅਖੀਰਲੀ ਜਿਹੜੀ ਅਸ਼ਟਪਦੀ ਹੈ ਉਹਦੇ ਚ ਮਹਾਰਾਜ ਸਾਹਿਬ ਨੇ ਨਾਲ ਇਹ ਵੀ ਫਰਮਾਨ ਕੀਤਾ, ਸਭ ਤੇ ਊਚਤਾ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਨੀ। ਇਹ ਸੁਖਨੀ ਸਾਹਿਬ ਦੀਆਂ ਬਰਕਤਾਂ। ਇਹਦੇ ਨਾਲ ਹੀ ਸਾਧ ਸੰਗਤ ਜੀ ਅੱਜ ਦੀ ਵਿਚਾਰ ਜਿਹੜੀ ਹੈ ਉਹ ਸਮਾਪਤ ਹੁੰਦੀ ਹੈ। ਕੱਲ ਨੂੰ ਥਿੱਤੀ ਗੌੜੀ ਦੀ ਲੜੀਵਾਰ ਕਥਾ ਦੇ ਵਿੱਚ ਉਹ ਬਾਣੀ ਆਏਗੀ, ਉਹਦੀਆਂ ਵਿਚਾਰਾਂ ਕੱਲ ਹੋਣਗੀਆਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਇੱਥੇ ਹੀ ਸਮਾਪਤੀ ਹੈ। ਆਪ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਭਾਈ ਆਨੰਦ ਮਾਣਦੇ ਰਹੋ। ਰਲ ਮਿਲ ਕੇ ਆਪਾਂ ਆਪਣੇ ਸਵਾਸ ਸਫਲੇ ਕਰਦੇ ਰਹੀਏ। ਇੱਥੇ ਹੀ ਸਮਾਪਤੀ ਹੈ ਜੀ। हे गोविंद हे गोपाल हे दयाल लाल, प्राणनाथ अनाथ सखे दीन दर्द निवार, हे समर्थ अगम पूरन मोहे मया तार,
ਅੰਧਕੂਪ ਮਹਾ ਭਇਆ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।